ਅੱਡੀ ਮਾਰਦੇ ਲਗਾਮਾਂ ਹੱਥ ਫੜ ਕੇ ਸਿਉਂਦੇ ਘੋੜਿਆਂ ਦੇ ਉੱਤੇ ਜਦੋਂ ਚੜ ਕੇ ਓਏ ਅੱਡੀ ਮਾਰਦੇ ਲਗਾਮਾਂ ਹੱਥ ਫੜ ਕੇ ਸਿਉਂਦੇ ਘੋੜਿਆਂ ਦੇ ਉੱਤੇ ਜਦੋਂ ਚੜ ਕੇ ਬਾਜਾਂ ਵਾਲੇ ਨੇ ਜੋ ਥਾਪੇ ਬਣੇ ਇੱਜ਼ਤਾਂ ਦੇ ਰਾਖੇ ਦੀ ਨਾ ਜਿੰਨਾ ਧੱਕੇ ਵਾਕੇ ਲਿਖ ਗਏ ਕਹਾਣੀਆਂ ਅਸੀਂ ਅੱਖਾਂ ਨਾਲ ਡਿੱਠੇ ਇਤਿਹਾਸ ਪੜ੍ਹੇ ਲਿਖੇ ਸਿੰਘ ਬੈਠ ਬੈਠ ਇਕੱਠੇ ਪੜ੍ਹਦੇ ਸੀ ਬਾਣੀਆਂ ਜਦੋਂ ਵੱਜਦੇ ਸੀ 12 ਉਦੋਂ ਸਿੰਘਾਂ ਸਰਦਾਰਾਂ ਜੋ ਚੜਾਈਆਂ ਮੁਟਿਆਰਾਂ ਧੀਆਂ ਸੀ ਬੇਗਾਨੀਆਂ ਅੱਡੀ ਮਾਰਦੇ ਲਗਾਮਾਂ ਹੱਥ ਫੜ ਕੇ ਹੀ ਓਏ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਾਨ ਵੱਲੋਂ ਆਪ ਸਭਨਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਸਿੱਖ ਧਰਮ ਦਾ ਇਤਿਹਾਸ ਨਿਵੇਕਲਾ ਇਤਿਹਾਸ ਹੈ, ਵਿਲੱਖਣ ਇਤਿਹਾਸ ਹੈ ਅਤੇ ਇਸ ਇਤਿਹਾਸ ਨੂੰ ਗੁਰੂ ਸਾਹਿਬਾਨਾਂ ਨੇ ਸੂਰਬੀਰ ਯੋਧਿਆਂ ਅਤੇ ਮਰਜੀਵੜਿਆਂ ਨੇ ਆਪਣੇ ਲਹੂ ਨਾਲ ਲਿਖਿਆ ਹੈ। ਇਸ ਇਤਿਹਾਸ ਦੇ ਕੁਝ ਪੰਨੇ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ। ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ ਸਟੂਡੀਓ ਵਿੱਚ ਮਹਿਮਾਨ ਦੇ ਤੌਰ ਤੇ ਪਹੁੰਚੇ ਹਨ ਉਪਿੰਦਰ ਸਿੰਘ ਮਠਾੜੂ ਅਤੇ ਭੁਪਿੰਦਰਪਾਲ ਸਿੰਘ ਰੰਧਾਵਾ। ਆਓ ਜੀ ਇਹਨਾਂ ਦਾ ਸਵਾਗਤ ਕਰਨੇ ਆ। ਭਾਜੀ ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ। ਔਰ ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਪਿਆਰ ਤੇ ਸਤਿਕਾਰ ਸਹਿਤ ਨਿੱਘੀ ਸਤਿ ਸ੍ਰੀ ਅਕਾਲ ਪ੍ਰਵਾਨ। ਸਤਿ ਸ੍ਰੀ ਅਕਾਲ ਜੀ ਆਇਆਂ। ਸੋ ਅੱਜ ਆਪ ਦੋਨਾਂ ਨੂੰ ਬੁਲਾਉਣ ਦਾ ਇੱਕ ਵਿਸ਼ੇਸ਼ ਮੰਤਵ ਹੈ ਜੀ। ਆਪ ਦੋਨਾਂ ਦਾ ਇੱਕ ਗੀਤ ਆਇਆ ਹੈ, ਵਾਰ ਕਵਾਂਗਾ ਮੈਂ ਗੀਤ ਤੇ ਬਜਾਏ ਉਸ ਨੂੰ। ਉਹ ਬੜਾ ਚਰਚਾ ਵਿੱਚ ਹੈ, ਲੋਕ ਬਹੁਤ ਪਸੰਦ ਕਰ ਰਹੇ ਨੇ। ਔਰ ਗੀਤ ਦੇ ਜਿਹੜੇ ਬੋਲ ਨੇ ਉਹ ਹੈ ਕਿ ਜਦੋਂ ਵੱਜਦੇ ਸੀ 12, ਕਿਉਂਕਿ ਸਿੱਖ ਇਤਿਹਾਸ ਦਾ ਇੱਕ ਪੰਨਾ ਵਾ, ਉਹਦੇ ਨਾਲ ਸੰਬੰਧਿਤ ਆ। ਸੋ ਤੁਸੀਂ ਭਾਜੀ ਇਸ ਗੀਤ ਨੂੰ ਲਿਖਿਆ ਔਰ ਤੁਸੀਂ ਦੋਨਾਂ ਨੇ ਜੁਗਲਬੰਦੀ ਦੇ ਰਹੀ ਇਸ ਨੂੰ ਗਾਇਆ। ਸੋ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਦੇ ਨਾਲ ਇਹ ਸਾਂਝ ਪਾਓ ਕਿ ਜਿਹੜਾ ਗੀਤ ਲਿਖਣ ਦਾ ਵਿਚਾਰ ਆ ਦਿਮਾਗ ਦੇ ਵਿੱਚ ਕਿਵੇਂ ਆਇਆ? ਸਭ ਤੋਂ ਪਹਿਲਾਂ ਤਾਂ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਤੁਹਾਡੇ ਸਾਰੇ ਹੀ ਸਰੋਤਿਆਂ ਨੂੰ, ਵੇਖਣ ਵਾਲਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ, ਟੀਮ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮਨਜੀਤ ਭਾਈ ਜੋ ਗੀਤ ਲਿਖਿਆ ਤੇ ਬਹੁਤ ਸੁਣਦੇ ਰਹੇ ਆ ਕਿ ਜੋ ਅੱਜ ਕੱਲ ਆਪਣੇ ਸਿੱਖ ਧਰਮ ਨੂੰ ਔਰ ਖਾਸ ਕਰਕੇ ਸਿੰਘਾਂ ਨੂੰ ਉਹ ਮਜ਼ਾਕੀਆ ਤੌਰ ਤੇ ਬਣਾਇਆ ਗਿਆ, ਉਹਨਾਂ 'ਚ ਸਮਝਿਆ ਗਿਆ ਆ ਆਪਣੀ ਫਿਲਮਾਂ ਦੇ ਵਿੱਚ ਜਾਂ ਉਹਦਾ ਮਖੌਲ ਕਰਦੇ ਆ। ਦੂਸਰੀ ਗੱਲ ਇੱਥੇ ਇਹ ਸੀਗੀ ਕਿ ਜਿਹੜੀ ਆਪਣੀ ਨਵੀਂ ਪੀੜ੍ਹੀ ਆ ਰਹੀ ਆ ਉਹਨੂੰ ਇਸ ਗੱਲ ਦਾ ਪਤਾ ਨਹੀਂ, ਅਵੇਅਰ ਨਹੀਂ ਹੈ, ਉਹਦੇ 'ਚ ਹੈ ਨਹੀਂ ਅਵੇਅਰਨੈਸ ਕਿ ਜਿਹੜਾ ਜਦੋਂ ਵੱਜਦੇ ਸੀ 12 ਦਾ ਅਸਲੀ ਮਤਲਬ ਕੀ ਸੀ। ਸੋ ਇਸ ਚੀਜ਼ ਨੂੰ ਇਸ ਗੀਤ ਦੇ ਵਿੱਚ ਕਲਮਬੰਦ ਕੀਤਾ ਤੇ ਬਹੁਤ ਸਾਰੀਆਂ ਜਿੱਦਾਂ ਉਸ ਤੋਂ ਬਾਅਦ ਕਮੈਂਟਾਂ ਵੀ ਆਈਆਂ ਔਰ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਦੀਆਂ ਕਮੈਂਟਾਂ ਆ ਰਹੀਆਂ ਕਿ ਸਾਨੂੰ ਵਧੀਆ ਹਿਸਟਰੀਆਂ ਨੂੰ ਪਤਾ ਲੱਗ ਰਹੀ ਹੈ ਤੇ ਮਤਲਬ ਇਹੀ ਸੀਗਾ ਮਕਸਦ ਜਿਹੜਾ ਹੈ ਕਿ ਉਹਨਾਂ ਨੂੰ ਅਵੇਅਰਨੈਸ ਹੋਵੇ। ਨੋ ਡਾਊਟ ਭਾਜੀ ਕਿ ਕਾਫੀ ਲੰਬੇ ਅਰਸੇ ਤੋਂ ਇਹ ਜਿਹੜਾ 12 ਵੱਜਣ ਵਾਲੀ ਗੱਲਬਾਤ ਆ, ਇਸ ਨੂੰ ਲੈ ਕੇ ਮਖੌਲ ਦੇ ਪਾਤਰ ਬਣਦੇ ਰਹੇ ਸਿੱਖ। ਬਿਲਕੁਲ ਚੁਟਕਲਿਆਂ ਦੇ ਵਿੱਚ 12 ਵੱਜ ਗਏ, ਇਹ ਇੱਕ ਹਾਸੇ ਦਾ ਪਾਤਰ ਬਣਾਉਂਦੇ ਰਹੇ ਨੇ। ਤੇ ਵਾਕਈ ਜਿਹੜਾ ਗੀਤ ਤੁਸੀਂ ਦੋਨਾਂ ਵੀਰਾਂ ਨੇ ਲਿਖਿਆ ਔਰ ਗਾਇਆ ਇਹ ਇੱਕ ਤਾਰੀਫ ਦੇ ਕਾਬਲ ਆ। ਉਪਿੰਦਰ ਭਾਜੀ ਤੁਹਾਨੂੰ ਪੁੱਛਣਾ ਚਾਹਾਂਗਾ, ਜਿਹੜਾ ਗੀਤ ਭਾਜੀ ਹੁਣਾਂ ਲਿਖਿਆ, ਜਦੋਂ ਇਕੱਠਾ ਜੁਗਲਬੰਦੀ ਕਰਕੇ ਗੀਤ ਗਾਇਆ ਗਿਆ ਔਰ ਇੰਨੀ ਭਰਪੂਰ ਜਿਹੜਾ ਜੋਸ਼ ਦਿਖਾਇਆ ਇਸ ਗੀਤ ਦੇ ਵਿੱਚ, ਇਹ ਸਾਰਾ ਤਜਰਬਾ ਕਿਵੇਂ ਦਾ ਰਿਹਾ ਤੁਹਾਡਾ? ਤਜਰਬਾ ਬਹੁਤ ਅੱਛਾ ਰਿਹਾ। ਔਰ ਸਾਡੇ ਢਾਡੀਆਂ ਦੇ ਵਿੱਚ ਇੱਕ ਅਖਾਣ ਹੈਗੀ ਆ ਵੀ ਗਾਉਣਾ ਜੋਟੀ ਦਾ ਤੇ ਦੁੱਧ ਝੋਟੀ ਦਾ। ਕੀ ਬਾਤ ਹੈ। ਤੇ ਉਹਦਾ ਮਤਲਬ ਇਹ ਹੁੰਦਾ ਵੀ ਜਦ ਵੀ ਕੋਈ ਜੋਸ਼ੀਲੀ ਚੀਜ਼ ਹੈਗੀ ਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਦ ਢਾਡੀ ਅਬਦੁੱਲਾ ਤੇ ਨੱਥਾ ਜਦ ਉਹਨਾਂ ਨੂੰ 12 ਲਈ ਕਿਹਾ ਤੇ ਦੋਨਾਂ ਨੂੰ ਭਰਾਵਾਂ ਨੂੰ ਲਾਇਆ ਵੀ ਚਲੋ ਥਾਪੜਾ ਦਿੱਤਾ ਵੀ ਤੁਸੀਂ 12 ਗਾਓ। ਤੇ ਜਿਹੜਾ ਇਹੋ ਜਿਹੀ ਜੋਸ਼ੀਲੀ ਚੀਜ਼ ਹੈਗੀ ਆ ਕੋਈ ਸਿੱਖੀ ਲਈ,
ਕੁਝ ਖੂਨ ਨੂੰ ਗਰਮ ਕਰਨ ਲਈ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਮਤਲਬ ਵੀ ਥਾਪੜੇ ਦੇ ਨਾਲ ਮਿਲੀ ਹੈਗੀ ਆ। ਔਰ ਬੜਾ ਸੁਭਾਗ ਪ੍ਰਾਪਤ ਹੋਇਆ ਮੈਨੂੰ ਵੀ ਰੰਧਾਵਾ ਸਾਹਿਬ ਦੇ ਨਾਲ ਇਹ ਗੀਤ ਗਾਉਣ ਦਾ। ਔਰ ਮੈਂ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਇਹਨਾਂ ਦਾ ਵੀ ਮੈਨੂੰ ਨਾਲ ਆਪਣੇ ਮੌਕਾ ਦਿੱਤਾ। ਕੀ ਬਾਤ ਹੈ ਜੀ। ਤੇ ਰੰਧਾਵਾ ਸਾਹਿਬ, ਥੋੜੀ ਜਿਹੀ ਦਰਸ਼ਕਾਂ ਨਾਲ ਇਹ ਵੀ ਸਾਂਝ ਪਾਓ ਕਿ ਤੁਸੀਂ ਕੈਨੇਡਾ ਕਦੋਂ ਆਏ, ਤੇ ਇਹ ਜਿਹੜੀ ਗੀਤਕਾਰੀ ਆ, ਲਿਖਣ ਦਾ ਸ਼ੌਂਕ ਕਦੋਂ ਪੈਦਾ ਹੋਇਆ, ਔਰ ਜਿਹੜੀ ਗਾਇਕੀ ਆ, ਆਪਣੇ ਗੀਤਾਂ ਨੂੰ ਕਲਮਬੱਧ ਕੀਤੇ ਗੀਤਾਂ ਨੂੰ ਗਾਉਣਾ ਕਦੋਂ ਸ਼ੁਰੂ ਕੀਤਾ ਤੁਸੀਂ? ਇਹ ਭਾਜੀ ਮੈਂ 2000 ਚ ਮੈਂ ਇੱਥੇ ਆਇਆ ਜੀ ਕੈਨੇਡਾ ਦੇ ਵਿੱਚ। ਪਹਿਲਾਂ ਤੋਂ ਸ਼ੁਰੂ ਤੋਂ ਸ਼ੌਂਕ ਸੀਗਾ, ਸਕੂਲ ਟਾਈਮ ਤੇ ਵੀ ਬਾਲ ਸਭਾ ਚ ਗਾਉਣਾ, 10ਵੀਂ ਤੱਕ ਗਾਉਂਦੇ ਰਹੇ। ਉਸ ਤੋਂ ਬਾਅਦ ਬੈਸਟ ਸਿੰਗਰ ਦਾ ਉੱਥੇ ਉਹਨਾਂ ਨੇ ਮੈਨੂੰ ਅਵਾਰਡ ਦਿੱਤਾ, ਬੜੀ ਖੁਸ਼ੀ ਹੋਈ। ਫਿਰ BSc ਫਰੀਦਕੋਟ ਤੋਂ ਬਰਜਿੰਦਰਾ ਕਾਲਜ ਤੋਂ ਪੜ੍ਹਦੇ ਸੀਗੇ, ਉੱਥੇ ਵੀ ਗਾ ਦੇਣਾ ਜਦੋਂ ਯੂਥ ਫੈਸਟੀਵਲ ਹੁੰਦਾ ਸੀ। ਤੇ ਉਸ ਤੋਂ ਬਾਅਦ ਮੈਥੋਂ ਗਾਉਣਾ ਜਿਹੜਾ ਆ ਮਤਲਬ ਬੰਦ ਹੋ ਗਿਆ, ਕੋਈ ਰੀਜਨ ਹੋ ਗਿਆ ਸੀ। ਫਿਰ ਆਪਾਂ ਅਗਲੀ ਇੰਟਰਵਿਊ 'ਚ ਦੱਸਾਂਗੇ ਜੀ। ਤੇ 2000 ਜਦੋਂ ਮੈਂ ਇੱਥੇ ਆਇਆ, ਤੇ ਉਸ ਤੋਂ ਬਾਅਦ ਮੈਂ 2005 ਦੇ ਵਿੱਚ 2005 ਦੇ ਵਿੱਚ ਮੈਂ ਇਹ ਲਿਖਣਾ ਸ਼ੁਰੂ ਕੀਤਾ। ਤੇ ਜਿਹੜਾ ਗਾਉਣਾ ਸ਼ੁਰੂ ਕੀਤਾ ਉਹ ਆਪਣੇ ਭੁਪਿੰਦਰ ਭਾਜੀ ਹੋਣਾ ਦਾ। ਅੱਛਾ ਜੀ। ਬਹੁਤ ਮੈਂ ਤਾਂ ਪ੍ਰੇਰਨਾ ਸਰੋਤ ਰਹੇ ਤੁਹਾਡੇ। ਉਹਨਾਂ ਨੇ ਮੇਰੇ ਗੁਆਂਢ 'ਚ ਰਹਿੰਦੇ ਨੇ। ਔਰ ਜਿਹੜਾ ਗੀਤ ਸੀ ਕਿਰਸਾਨੀ ਤੇ ਕਰੋਨਾ, ਉਦੋਂ ਜੋ ਇਹਨਾਂ ਨਾਲ ਮੈਂ ਥੋੜ੍ਹੇ ਬੋਲ ਸਾਂਝੇ ਕੀਤੇ ਤੇ ਕਹਿੰਦੇ ਇਹਨਾਂ ਨੂੰ ਰਿਕਾਰਡ ਕਰਾਈਏ ਰੰਧਾਵਾ ਸਾਹਿਬ। ਤੇ ਫਿਰ ਉਸ ਤੋਂ ਬਾਅਦ ਆਪਣੇ ਫਿਰ ਇਹ ਜਿਹੜਾ ਸਿੰਘਾਂ ਦਾ ਗੀਤ ਸੀਗਾ ਜਦੋਂ ਵੱਜਦੇ ਸੀ 12, ਉਹ ਵੀ ਮੈਂ ਕਿਹਾ ਵੀ ਆਪਾਂ ਨੂੰ ਵੀਰ ਆਪਣਾ ਮਿਲਿਆ ਤੇ ਇਕੱਠੇ ਇਹ ਗਾਈਏ। ਸਿਆਣੇ ਕਹਿੰਦੇ ਹੁੰਦੇ ਜੀ, ਗਵਾਂਢ ਦਾ ਰੂਪ ਨਹੀਂ ਤਾਂ ਮੱਤ ਤਾਂ ਆ ਹੀ ਜਾਂਦੀ ਆ। ਮੈਨੂੰ ਲੱਗਦਾ ਤੁਹਾਡੇ ਤੇ ਰੂਪ ਵੀ ਆ ਗਿਆ ਤੇ ਮੱਤ ਵੀ ਆ ਗਈ ਆ। ਤੇ ਵਾਕਈ ਭਾਜੀ ਜਿਹੜਾ ਗੀਤ ਸੀਗਾ ਜਦੋਂ ਵੱਜਦੇ ਸੀ 12 ਜੀ, ਇਤਿਹਾਸ ਦਾ ਜਿਹੜਾ ਪਿਛੋਕੜ ਹੈ ਸਿੱਖ ਧਰਮ ਦਾ ਜੀ, ਸੂਰਬੀਰ ਯੋਧਿਆਂ ਨੇ ਜੋ ਕੁਰਬਾਨੀਆਂ ਕੀਤੀਆਂ, ਧੀਆਂ ਭੈਣਾਂ ਦੀ ਪੱਤ ਉਹਦੀ ਰਾਖੀ ਦੇ ਲਈ ਜੋ ਕੁਰਬਾਨੀਆਂ ਕੀਤੀਆਂ, ਉਹਦਾ ਬੜਾ ਸੋਹਣਾ ਬਿਰਤਾਂਤ ਕਰਦੀਆਂ ਨੇ। ਕੁਝ ਸਤਰਾਂ ਹੋ ਜਾਣ ਦੀ ਸਾਂਝੇ ਰੂਪ ਦੇ ਵਿੱਚ। ਠੀਕ ਹੈ ਜੀ। ਹੋਟੀ ਮਾਰਦੇ ਲਗਾਮਾਂ ਹੱਥ ਫੜ ਕੇ, ਸਿਉਂ ਦੇ ਘੋੜਿਆਂ ਦੇ ਉੱਤੇ ਜਦੋਂ ਚੜ ਕੇ, ਓਏ ਅੱਡੀ ਮਾਰਦੇ ਲਗਾਮਾਂ ਹੱਥ ਫੜ ਕੇ, ਸਿਉਂ ਦੇ ਘੋੜਿਆਂ ਦੇ ਉੱਤੇ ਜਦੋਂ ਚੜ ਕੇ, ਬਾਜਾਂ ਵਾਲੇ ਨੇ ਜੋ ਥਾਪੇ ਬਣੇ ਇੱਜ਼ਤਾਂ ਦੇ ਰਾਖੇ, ਜਿਨ੍ਹਾਂ ਧੱਕੇ ਵਾਕੇ ਲਿਖ ਗਏ ਕਹਾਣੀਆਂ। ਅਸੀਂ ਅੱਖਾਂ ਨਾਲ ਡਿੱਠੇ ਇਤਿਹਾਸ ਪੜ੍ਹੇ ਲਿਖੇ, ਸਿੰਘ ਬੈਠ ਬੈਠ ਇਕੱਠੇ ਪੜ੍ਹਦੇ ਸੀ ਬਾਣੀਆਂ। ਜਦੋਂ ਵੱਜਦੇ ਸੀ 12 ਉਦੋਂ ਸਿੰਘਾਂ ਸਰਦਾਰਾਂ, ਜੋ ਛਡਾਈਆਂ ਮੁਟਿਆਰਾਂ ਧੀਆਂ ਸੀ ਬੇਗਾਨੀਆਂ। ਅੱਡੀ ਮਾਰਦੇ ਲਗਾਮਾਂ ਹੱਥ ਫੜ ਕੇ ਹੀ ਓਏ। ਕੀ ਬਾਤ ਹੈ ਜੀ। ਸਟੂਡੀਓ ਦਾ ਮਾਹੌਲ ਜਿਹੜਾ ਵਾ ਪੂਰਾ ਮੈਨੂੰ ਲੱਗਦਾ ਵੀ ਉਹ ਵਾਰਾਂ ਵਾਲਾ, ਅਖਾੜੇ ਵਾਲਾ ਨਾ, ਉਹ ਬਣ ਚੁੱਕਿਆ। ਬਿਲਕੁਲ। ਤੇ ਵਾਕਈ ਜਦੋਂ ਇਹ ਗੀਤ ਸੁਣੀਦਾ ਵਾ ਔਰ ਜਿਹਦਾ ਫਿਲਮਾਂਕਣ ਆ ਉਹ ਇੰਨਾ ਸੋਹਣਾ ਹੋਇਆ ਵਾ ਕਿ ਵੇਖ ਕੇ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਆ। ਦੇਖੋ 12 ਵੱਜਣੇ ਵਾਲੀ ਜਿਹੜੀ ਗੱਲਬਾਤ ਸੀਗੀ, ਜਦੋਂ ਸਿੰਘਾਂ ਦੇ ਸਿਰਾਂ ਦੇ ਮਤਲਬ ਵੀ 5-5 ਟਕੇ ਦਾ ਮੁੱਲ ਪੈ ਗਿਆ ਜੀ, ਵੀ ਲਾਇਆ ਉਹ ਵੱਢ ਕੇ। ਤੇ ਉਸ ਸਮੇਂ ਦੇ ਵਿੱਚ ਦੱਸਦੇ ਆ ਵੀ ਜਨਾਨੀਆਂ ਦੇ ਵੀ ਸਿਰ ਵੱਢ ਕੇ ਲੈ ਗਏ ਵੀ 5-5 ਟਕੇ ਬਣਾਉਣ ਦੀ ਖਾਤਰ ਜੀ। ਤੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀਗੀ, ਤੇ ਕੰਮ ਜਿਹੜੇ ਹੈਗੇ ਆ ਉਹ ਇਹੋ ਜਿਹੇ ਸੀਗੇ ਵੀ ਇੱਕ ਮੀਲ ਪੱਥਰ ਵਾਲੇ ਸੀਗੇ, ਵੀ ਦੇਸ਼ ਦੀ ਖਾਤਰ, ਕੌਮ ਦੀ ਖਾਤਰ, ਸਰਬੱਤ ਦੇ ਭਲੇ ਦੀ ਖਾਤਰ ਕੁਰਬਾਨੀ ਦੇਣੀ ਜਾਂ ਕਾਰਜ ਕਰਨੇ ਸਾਰੇ। ਉਦੋਂ ਗਿਣਤੀ ਬਹੁਤ ਸਾਡੀ ਘਟ ਗਈ, ਜੰਗਲਾਂ ਦੇ ਵਿੱਚ ਰੂਹ ਪੋਸ਼ ਹੋ ਗਏ ਸਿੰਘ। ਤੇ ਉਦੋਂ ਫਿਰ ਉਹਨਾਂ ਕੋਲ ਤਾਂ ਬਹੁਤ ਜ਼ਿਆਦਾ ਫੌਜਾਂ ਸੀਗੀਆਂ, ਅਬਦਾਲੀ ਹੋਣਾ ਦੇ ਕੋਲ ਜਾਂ ਹੋਰ ਸਾਰਿਆਂ ਕੋਲ ਜਿੰਨੇ ਵੀ ਸੀਗੇ। ਤੇ ਫਿਰ ਸਿੰਘ ਰੂਹ ਪੋਸ਼ ਹੋ ਗਏ। ਜਦੋਂ ਰਾਤ ਬਰਾਤੇ ਉਹ ਸੌਂਦੇ ਸੀਗੇ ਜਾਂ ਆਰਾਮ ਕਰਦੇ ਸੀਗੇ ਜਾਂ ਥੱਕੇ ਹੁੰਦੇ ਸੀ ਜਾਂ ਕਿੱਦਾਂ ਵੀ ਸਫ਼ਰ ਕੱਢ ਕੇ ਜਾਂ ਲੁੱਟ ਕੇ ਲੈ ਕੇ ਜਾ ਰਹੇ ਹੁੰਦੇ ਸੀਗੇ। ਇਹ ਨਹੀਂ ਕਿ ਇਕੱਲਾ ਪੈਸਾ ਲੁੱਟ ਕੇ ਲੈ ਕੇ ਜਾ ਰਹੇ ਹੁੰਦੇ ਸੀ, ਨਾਲ ਧੀਆਂ ਭੈਣਾਂ ਸਾਡੇ ਹਿੰਦੁਸਤਾਨ ਦੀਆਂ ਨਾਲ ਉਹਨਾਂ ਨੂੰ ਨੱਥ ਪਾ ਕੇ ਲੈ ਜਾਂਦੇ ਸੀਗੇ, ਵੀ ਹੱਕ ਕੇ ਜਿੱਦਾਂ ਡੰਗਰ ਲਿਜਾਈਦੇ ਹੈਗੇ। ਤੇ ਇਹ ਸਿੰਘਾਂ ਦੀ ਉਸ ਟਾਈਮ ਦੀ ਬਹਾਦਰੀ ਸੀ, ਇਹ ਸਿੰਘਾਂ ਦੀ ਉਸ ਟਾਈਮ ਦੀ ਕੁਰਬਾਨੀ ਸੀਗੀ। ਵੀ ਜੇ ਰਾਤ ਨੂੰ ਜਿਹੜਾ 12 ਵਜੇ ਦਾ ਜਿਹੜਾ ਮੀਨਿੰਗ, ਅਸਲੀ ਮੀਨਿੰਗ ਜਿਹੜਾ ਹੈਗਾ ਆ 12 ਵਜੇ ਰਾਤ ਨੂੰ ਸਿੰਘਾਂ ਦੇ 12 ਵਜਣ ਦਾ ਅਸਲੀ ਮੀਨਿੰਗ ਇਹ ਸੀ, ਉਦੋਂ ਸਾਡੀਆਂ ਧੀਆਂ ਭੈਣਾਂ, ਸਾਡੀ ਹਿੰਦੁਸਤਾਨ ਦੀ ਇੱਜ਼ਤ ਜਿਹੜੀ ਆ ਉਹ ਸਿੰਘਾਂ ਨੇ, ਸੂਰਮਿਆਂ ਨੇ ਬਚਾਈ ਆ। ਤੇ ਉਹਨੂੰ ਹੀ ਇਹ ਬਿਆਨ ਕਰਦਾ ਇਹ ਗੀਤ ਆ ਜਿਹੜਾ ਕਿ ਤੁਸੀਂ ਸਾਰੇ ਜਣੇ ਪਸੰਦ ਕਰ ਰਹੇ ਹੋ। ਬਿਲਕੁਲ, ਕਿਉਂਕਿ 12 ਵਜੇ ਮੰਨਿਆ ਜਾਂਦਾ ਵੀ ਅਕਸਰ ਲੋਕ ਖਾ ਪੀ ਕੇ ਸੌਂ ਜਾਂਦੇ ਨੇ ਜਾਂ ਬਸੁਰਤੀ ਦੀ ਹਾਲਤ ਵਿੱਚ ਹੁੰਦੇ ਨੇ, ਤੇ ਸਿੰਘ ਸੂਰਮੇ ਫਿਰ ਉਸ ਸਮੇਂ ਹਮਲਾ ਕਰਕੇ ਤੇ ਧੀਆਂ ਭੈਣਾਂ ਦੀ ਗੁਰੀਲਾ ਕਰਦੇ, ਉਹ ਬਚਾਉਂਦੇ ਸੀਗੇ। ਬਿਲਕੁਲ। ਨਾਲੇ ਉਹ ਮਨਜੀਤ ਭਾਜੀ ਇਹ
ਧੀਆਂ ਬਗਾਨੀਆਂ ਨਹੀਂ ਸੀ, ਧੀਆਂ ਆਪਣੀਆਂ ਹੀ ਸੀ। ਖਾਲਸਾ ਕਦੀ ਵੀ ਕਿਸੇ ਨਾਲ ਵੈਰ ਨਹੀਂ ਸਮਝਦਾ ਰੱਖਦਾ। ਸੋ ਭਾਵੇਂ ਬਗਾਨੀਆਂ ਸੀ ਪਰ ਉਹਨਾਂ ਨੂੰ ਆਪਣੀਆਂ ਸਮਝ ਕੇ ਤਾਂ ਬਚਾਉਂਦਾ ਸੀਗਾ। ਤੇ ਕਹਿੰਦਾ ਕਿ ਆਪਣੇ ਦੇਸ਼ ਦੀਆਂ ਜੇ ਦੇਸ਼ ਦੀਆਂ ਵੀ ਹੋਰ ਕੰਟਰੀਆਂ ਦੀਆਂ ਵੀ ਹੁੰਦੀਆਂ ਤੇ ਖਾਲਸਾ ਅੱਜ ਵੀ ਬਚਾ ਰਿਹਾ। ਬਿਲਕੁਲ, ਇਹ ਨਹੀਂ ਮਤਲਬ ਕਿ ਉਦੋਂ ਹੀ ਬਚਾਉਂਦਾ ਇਹ, ਖਾਲਸਾ ਗੁਰੂ ਦਾ ਅੱਜ ਵੀ ਬਚਾਉਂਦਾ ਔਰ ਬਚਾਊਗਾ ਸਦਾ। ਤੁਸੀਂ ਭਾਈ ਜ਼ਿਕਰ ਕਰ ਰਹੇ ਸੀ ਕਿ ਜਦੋਂ ਇਹ ਗੀਤ ਫੇਸਬੁੱਕ ਦੇ ਉੱਪਰ ਜਾਂ YouTube ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ, ਲੋਕਾਂ ਨੇ ਪਸੰਦ ਕੀਤਾ, ਕਿਹੋ ਜਿਹੇ ਕਮੈਂਟ ਆਏ ਔਰ ਕਿੱਥੋਂ ਆਏ? ਬਹੁਤ ਕਮੈਂਟ ਆਏ ਜੀ, ਆਪਣੇ ਇੰਡੀਆ ਤੋਂ ਬਹੁਤ ਆਏ ਆ ਪਹਿਲੀ ਗੱਲ ਤੇ, ਔਰ ਵੈਨਕੂਵਰ ਤੋਂ, ਨਿਊਯਾਰਕ ਤੋਂ, ਹੋਰ ਇਟਲੀ ਤੋਂ, ਆਸਟ੍ਰੇਲੀਆ ਤੋਂ, ਸਾਰੇ ਪਾਸੇ ਚਲੋ ਆਪਣੇ ਦੋਸਤ ਮਿੱਤਰ ਹੈਗੇ ਆ। ਉਹ ਕਮੈਂਟਾਂ ਦੇ ਵਿੱਚ ਮੇਨ ਚੀਜ਼ ਉਹਨਾਂ ਇਹੀ ਦੱਸੀ ਆ ਕਿ ਇੱਕਦਮ ਸਾਰਿਆਂ ਦਾ ਇਹ ਸੀਗਾ ਕਿ ਸਾਨੂੰ ਜਿਹੜਾ ਆ 2-3 ਚੀਜ਼ਾਂ ਵਧੀਆ ਲੱਗੀਆਂ ਗੀਤ 'ਚ। ਇੱਕ ਤਾਂ ਆਪਣੀ ਹਿਸਟਰੀ ਬਹੁਤ ਸੋਹਣੀ ਤੁਸੀਂ ਬਿਆਨ ਕੀਤੀ ਆ, ਦੂਸਰੀ ਗੱਲ ਇਹ ਸੀਗੀ ਕਿ ਇਹਦੇ 'ਚ ਤੁਸੀਂ ਜੋਸ਼ ਇੰਨਾ ਆ, ਇਹਦਾ ਸੁਣਦਿਆਂ ਸਾਰੇ ਜੋਸ਼ ਆ ਜਾਂਦਾ। ਤੇ ਤੀਸਰੀ ਗੱਲ ਇਹ ਉਹਨਾਂ ਨੇ ਕਿਹਾ ਸਾਨੂੰ ਵਧੀਆ ਲੱਗੀ ਕਿ ਤੁਸੀਂ 2 ਜਣੇ ਜੇ ਨਾ ਹੁੰਦੇ ਤੇ ਉਹ ਗੱਲ ਨਹੀਂ ਸੀ ਬਣਨੀ। ਵਾਕਈ ਜੀ, ਕਹਿੰਦੇ ਵੀ ਇੱਕ ਕੱਲਾ ਹੁੰਦਾ ਇੱਕ ਤੇ ਇੱਕ 11 ਹੋ ਜਾਂਦੇ ਆ। ਹਾਂ, ਤੇ ਚੌਥੀ ਗੱਲ ਜਿਹੜੀ ਉਹਨਾਂ ਨੇ ਵਿੱਚੋਂ ਕਹੀ ਆ ਕਿ ਅਸੀਂ ਇਹ ਚੀਜ਼ ਜਿਹੜੀ ਆ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਔਰ ਸਮਝਾਵਾਂਗੇ ਵੀ 12 ਵਜੇ ਦਾ ਮਤਲਬ ਕੀ ਬਿਲਕੁਲ ਜੀ, ਸੋ ਇਹ ਸਮਝਾਂਗੇ ਕਿ ਇਹਦੇ ਨਾਲ ਸਾਡਾ ਜਿਹੜਾ ਆ ਗੀਤ ਲਿਖਿਆ ਹੋਇਆ ਉਹ ਸਫਲ ਹੋ ਗਿਆ। ਇੱਕ ਵਿਰਾਸਤ ਆ ਜਿਹੜੀ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਹ ਸਪੁਰਦ ਕਰਨੀ ਹੈ, ਉਹਨਾਂ ਦੇ ਹਵਾਲੇ ਕਰਨੀ ਹੈ ਤੇ ਜਾਣਕਾਰੀ ਅਵੇਅਰਨੈਸ ਜਿਹੜੀ ਆ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚੇ ਤਾਂ ਕਿ ਉਹਨਾਂ ਨੂੰ ਇਹ 12 ਵਜੇ ਵਾਲੀ ਗੱਲ ਜਿਹੜੀ ਹੈ ਇੱਕ ਹਾਸੇ ਦਾ ਪਾਤਰ ਨਾ ਬਣੇ, ਮਾਣ ਮਹਿਸੂਸ ਹੋਵੇ। ਹਾਂਜੀ, ਬਿਲਕੁਲ। ਤੇ ਭਾਜੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ 2005 ਦੇ ਵਿੱਚ ਤੁਸੀਂ ਲਿਖਣਾ ਸ਼ੁਰੂ ਕੀਤਾ। ਹਾਂਜੀ। ਪਰ ਮੈਂ ਨੋਟ ਕੀਤਾ ਕਿ ਜਿੰਨੇ ਵੀ ਗੀਤ ਤੁਸੀਂ ਗਾਏ ਨੇ ਲਿਖੇ ਹੋਏ, ਉਹ ਮੈਨੂੰ ਲੱਗਦਾ ਵੀ ਬਹੁਤਾ ਸਮਾਂ ਨਹੀਂ ਹੋਇਆ, ਪਿਛਲੇ 7-8 ਮਹੀਨਿਆਂ ਦੇ ਵਿੱਚ ਹੀ ਤੁਸੀਂ ਗਾਏ ਨੇ। ਬਿਲਕੁਲ ਜੀ, ਭਾਜੀ ਉਹਨਾਂ ਦਾ ਜਦੋਂ ਆਪਣੇ ਨਾਲ ਰਾਬਤਾ ਇਹਨਾਂ ਦਾ ਹੋਇਆ ਤੇ ਇਹਨਾਂ ਨਾਲ ਫਿਰ ਸ਼ੇਅਰ ਕੀਤਾ 1-2 ਉੱਥੇ, ਉਦੋਂ ਬਾਅਦ 'ਚ ਇਹ ਕਹਿੰਦੇ ਵੀ ਕਰਾਓ। ਤੇ ਪਿਛਲੇ ਸਾਲ ਹੀ ਜਦੋਂ ਕਰੋਨਾ ਚੱਲਿਆ ਤੇ ਕਰੋਨੇ ਤੋਂ ਬਾਅਦ 'ਚ ਲਿਖਿਆ ਜਿਹੜਾ ਗੀਤ ਦੀ ਰਿਕਾਰਡਿੰਗ ਕਰੋਨੇ ਦੀ ਹੋ ਗਈ, ਇਕੱਲੀ ਜੋ ਕਰਨਾ ਸੀ। ਪਰ ਬਾਅਦ 'ਚ ਆਪਣਾ ਕਿਸਾਨੀ ਸੰਘਰਸ਼ ਜਿਹੜਾ ਚੱਲ ਪਿਆ, ਫਿਰ ਮੈਂ ਉੱਥੇ ਵਾਜਬ ਨਹੀਂ ਸਮਝਿਆ ਕਿ ਕਰੋਨੇ ਦਾ, ਕਿਉਂਕਿ ਉੱਥੇ ਪਹਿਲਾਂ ਹੀ ਗੈਦਰਿੰਗ ਜਿਹੜੀ ਸੀ ਉਹਨੂੰ ਉਹਨਾਂ ਨੇ ਰੋਕਣਾ ਸੀ, ਜੇ ਕਰੋਨਾ ਹੁੰਦਾ ਹੋਰ ਡਰਾਉਣਾ ਸੀ। ਤੇ ਠੀਕ ਹੈ, ਉਹ ਆਪਾਂ ਪ੍ਰੀਕਾਸ਼ਨ ਲੈਣੀ ਚਾਹੀਦੀ ਕਰੋਨੇ ਦੀਆਂ, ਪਰ ਉਹ ਗੀਤ ਉਦੋਂ ਰਿਲੀਜ਼ ਨਹੀਂ ਕੀਤਾ। ਫਿਰ ਕਿਸਾਨੀ ਵਾਲਾ ਪਹਿਲਾਂ ਰਿਲੀਜ਼ ਕੀਤਾ ਸੀ ਤੇ ਉਦੋਂ ਬਾਅਦ 'ਚ ਇਹ ਗੀਤ ਸਾਰੇ ਜਿਹੜੇ ਜੀ 5-6 ਗੀਤ ਕੀਤੇ। ਕਿਆ ਬਾਤ ਹੈ। ਤੇ ਨੋ ਡਾਊਟ ਭਾਜੀ ਜਿਹੜਾ ਕਿਸਾਨੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਨਹੀਂ, ਹਿੰਦੁਸਤਾਨ ਦੇ ਵਿੱਚ ਨਹੀਂ, ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ, ਹਿੰਦੁਸਤਾਨੀ ਵਸਦੇ ਨੇ, ਸਿੱਖ ਵਸਦੇ ਨੇ, ਚਰਚਾ ਦਾ ਵਿਸ਼ਾ ਵਾ। ਅਸੀਂ ਸਾਰੇ ਭਾਵੇਂ ਜਿੱਥੇ ਮਰਜ਼ੀ ਬੈਠੇ ਹੋਏ ਆ, ਭਾਵੇਂ ਜ਼ਮੀਨਾਂ ਹੈਗੀਆਂ ਨਹੀਂ ਹੈਗੀਆਂ, ਜ਼ਮੀਰਾਂ ਹੈਗੀਆਂ ਨੇ, ਔਰ ਹਰ ਬੰਦਾ ਸਪੋਰਟ ਕਰ ਰਿਹਾ ਉਸ ਗੱਲ ਨੂੰ। ਬਿਲਕੁਲ। ਤੇ ਤੁਸੀਂ ਦੋਨਾਂ ਵੀਰਾਂ ਨੇ ਬਾਖੂਬੀ ਇਸ ਮਸਲੇ ਨੂੰ ਲੈ ਕੇ ਗੀਤ ਗਾਏ ਨੇ ਜੀ। ਭੁਪਿੰਦਰ ਭਾਜੀ, ਤੁਹਾਡਾ ਇੱਕ ਰੀਸੈਂਟਲੀ ਗੀਤ ਆਇਆ ਸੀਗਾ ਜੈ ਜਵਾਨ ਜੈ ਕਿਸਾਨ ਜੀ, ਉਹ ਗੀਤ ਦਾ ਤਜਰਬਾ ਕਿਵੇਂ ਰਿਹਾ ਔਰ ਲੋਕਾਂ ਦਾ ਰਿਸਪੌਂਸ ਕਿਵੇਂ ਦਾ ਰਿਹਾ? ਬਹੁਤ ਹੀ ਸਾਰੇ ਸਰੋਤਿਆਂ ਦਾ ਪਿਆਰ ਮਿਲਿਆ ਔਰ ਬਹੁਤ ਹੀ ਬਾਕਮਾਲ ਗੀਤ ਨੇ ਛਾਪ ਛੱਡੀ ਹੈਗੀ ਆ। ਤੇ ਆਪਣੇ ਹੀ ਸ਼ਹਿਰ ਤੋਂ ਆਪਣੇ ਗੀਤ ਦੇ ਰਾਈਟਰ ਸੀਗੇ ਗੋਪੀ ਸਿੱਧੂ ਜੀ, ਤੇ ਨਾਲ ਆਪਣੇ ਸ਼ਹਿਰ ਤੋਂ ਮਿਊਜ਼ਿਕ ਬਲਜੀਤ ਕਲਸੀ ਸਾਹਿਬ, ਤੇ ਇਸ ਸਾਡੇ ਧਾਰਮਿਕ ਗੀਤ ਦਾ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਵੱਡਾ ਕ੍ਰੈਡਿਟ ਜਾਂਦਾ ਹੈਗਾ ਵੀ ਜਿਹੜੇ ਸਾਨੂੰ ਦਿਨ ਰਾਤ ਮਿਹਨਤ ਕਰਾਉਂਦੇ ਨੇ। ਬਲਜੀਤ ਕਲਸੀ ਜੀ, ਹਾਂਜੀ, ਮਿਊਜ਼ਿਕ ਤਿਆਰ ਕਰਾਉਂਦੇ ਨੇ। ਤੇ ਫਿਰ ਇਸ ਦੀ ਜੋ ਵੀਡੀਓ ਹੈਗੀ ਉਹ ਵੀ ਮਾਹੀ ਫਿਲਮ ਆਪਣੇ ਹੀ ਐਡਮਿੰਟਨ ਸ਼ਹਿਰ ਤੋਂ ਗੁਰਜਿੰਦਰ ਮਾਹੀ ਜੀ ਹੋਣਾ ਨੇ, ਤੇ ਉਹਨਾਂ ਨੇ ਇਸ ਦੋਨੇ ਵੀਡੀਓ ਜਿਹੜੀਆਂ ਹੈਗੀਆਂ ਉਹਨਾਂ ਨੇ ਸ਼ੂਟ ਕੀਤੀਆਂ ਹੈਗੀਆਂ। ਤੇ ਜੈ ਜਵਾਨ ਤੇ ਜੈ ਕਿਸਾਨ ਦਾ ਤੇ ਸੈਕੰਡ ਵਰਲਡ ਵਾਰ ਜਦੋਂ ਹੋਈ ਹੈਗੀ ਆ, ਉਦੋਂ ਆਪਣੇ ਲਾਲ ਬਹਾਦਰ ਸ਼ਾਸਤਰੀ ਹੋਣਾ ਨੇ ਇਹ ਨਾਅਰਾ ਲਾਤਾ ਸੀਗਾ ਵੀ ਕਿਉਂ ਉਦੋਂ ਇੱਕ ਹਰੀ ਕ੍ਰਾਂਤੀ ਦਾ ਰੈਵੋਲੂਸ਼ਨ ਆਉਣਾ ਸੀਗਾ। ਆਜ਼ਾਦੀ ਤੋਂ ਬਾਅਦ ਬਹੁਤ ਥੋੜਾ ਸਮਾਂ ਹੋਇਆ ਸੀਗਾ ਦੇਸ਼ ਆਜ਼ਾਦ ਹੋਏ ਨੂੰ, ਕਿ ਪਹਿਲਾਂ ਪਾਕਿਸਤਾਨ ਨੇ ਅਟੈਕ ਕਰ ਦਿੱਤਾ, ਫਿਰ ਚਾਈਨਾ ਨੇ ਕਰ ਦਿੱਤਾ ਤੇ ਉਹ ਇਹਨਾਂ ਨਾ ਤਾਂ ਖਾਣ ਨੂੰ ਕੁਛ ਸੀਗਾ, ਨਾ ਸਰਮਾਇਆ ਕੁਛ ਸੀਗਾ ਕੋਲ। ਤੇ ਉਸ ਸਮੇਂ ਜਿਹੜਾ ਪੰਜਾਬ ਨੇ ਇੱਕ ਖੜ ਕੇ ਜੋ ਮਤਲਬ ਵੀ ਹਿੰਦੁਸਤਾਨ ਦਾ ਸਾਥ ਦਿੱਤਾ, ਤੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ। ਤੇ ਉਦੋਂ ਲਾਲ ਬਹਾਦਰ ਸ਼ਾਸਤਰੀ ਹੋਣਾ ਨੇ ਇਹ ਨਾਅਰਾ ਲਾਇਆ ਸੀਗਾ ਜੈ ਜਵਾਨ ਜੈ ਕਿਸਾਨ। ਬਿਲਕੁਲ ਜੀ, ਦੋਨਾਂ ਦੀ ਜ਼ਰੂਰਤ ਸੀਗੀ। ਬਿਲਕੁਲ, ਸਾਡੀ ਜਿਹੜੀ ਫੂਡ ਪ੍ਰੋਡਕਸ਼ਨ ਸੀ ਬਹੁਤ ਘੱਟ ਸੀਗੀ, ਪਾਪੂਲੇਸ਼ਨ ਯਕਦਮ ਵਧੀ। ਬਿਲਕੁਲ, ਔਰ ਅਮਰੀਕਾ ਵਰਗੇ ਦੇਸ਼ਾਂ ਦੇ ਕੋਲੋਂ ਜਿਹੜੀ ਘਟੀਆ ਕਿਸਮ ਦੀ ਕਣਕ ਸੀ ਉਹ ਵੀ ਮੰਗਵਾਉਣੀ ਪਈ ਸਾਨੂੰ, ਮੰਗਾਈ ਹੈ। ਤੇ ਉਸ ਤੋਂ ਬਾਅਦ ਪਰ ਜਿਵੇਂ ਪੰਜਾਬ ਹਰਿਆਣਾ ਦੇ ਕਿਸਾਨਾਂ ਨੇ ਦਿਨ ਰਾਤ ਜਿਹੜੀ ਮਿਹਨਤ ਕੀਤੀ, ਬਿਲਕੁਲ ਉਹਦੇ ਸਦਕਾ ਨਾ ਸਿਰਫ ਅਸੀਂ ਸੈਲਫ ਸਫੀਸ਼ੀਐਂਟ ਹੋਏ, ਬਿਲਕੁਲ ਰਾਦਰ ਇਸ ਵੇਲੇ ਸਾਡੇ ਕੋਲ ਭੰਡਾਰ ਰਹੇ ਨੇ ਕਿ ਅਸੀਂ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਫੂਡ ਭੰਡਾਰ ਜਿਹੜੇ ਆ ਭੰਡਾਰ ਹੈਗੇ। ਪਰ ਹੁਣ ਇਹ ਚੀਜ਼ ਦੇਖ ਰਹੀ ਹੈ ਗਵਰਨਮੈਂਟ, ਮਤਲਬ ਜੋ ਹੁਣ ਇਸ ਵੇਲੇ
ਗਵਰਨਮੈਂਟ ਹੈਗੀ ਆ ਇੰਡੀਆ ਦੇ ਵਿੱਚ, ਉਹ ਇਹਨਾਂ ਚੀਜ਼ਾਂ ਨੂੰ ਡਿਨਾਈ ਕਰ ਰਹੀ ਆ। ਉਹ ਦਿਨ ਭੁੱਲ ਗਏ ਸਾਰੇ। ਬਿਲਕੁਲ ਵੀ ਹੁਣ ਉਹਨਾਂ ਨੂੰ ਇਹ ਦੀਦਾ ਵੀ ਅਸੀਂ ਹੁਣ ਵਧੀਆ ਚੀਜ਼ ਬਾਹਰੋਂ ਮੰਗਾ ਸਕਦੇ ਹਾਂ, ਕੈਨੇਡਾ ਤੋਂ ਮੰਗਾ ਸਕਦੇ, ਅਮਰੀਕਾ ਤੋਂ ਮੰਗਾ ਸਕਦੇ ਹਾਂ, ਜਾਂ ਵਪਾਰ ਕਰ ਸਕਦੇ ਹਾਂ। ਪਰ ਜਿਸ ਦਿਨ ਹਿੰਦੁਸਤਾਨ ਨੂੰ ਜਵਾਨਾਂ ਨੇ ਬਚਾਇਆ, ਕਿਸਾਨਾਂ ਨੇ ਖਵਾਇਆ, ਉਹ ਦਿਨ ਨਹੀਂ ਭੁੱਲਣੇ ਚਾਹੀਦੇ। ਬਿਲਕੁਲ ਸਹੀ ਗੱਲ। ਇਹਦੇ 'ਚ ਮੈਂ ਥੋੜਾ ਐਡ ਕਰਨਾ ਚਾਹੁੰਦਾ ਕਿ ਜਿਹੜੇ ਆਪਣੇ ਪੰਜਾਬ ਦੇ ਯੂਥ ਆ, ਆਪਣੀ ਪੰਜਾਬੀ ਜਵਾਨੀ ਆ, ਇਹ ਪਹਿਲਾਂ ਹੀ ਬਹੁਤ ਮਿਹਨਤੀ ਆ ਜੀ। ਹੁਣ ਠੀਕ ਹੈ ਵੀ ਉਹ ਕੰਮ ਕਈ ਘੱਟ ਕਰਦੇ ਆ, ਫਿਰ ਵੀ ਇਦਾਂ ਨਹੀਂ ਹੈਗਾ ਕਿ ਸਾਰੇ ਨਹੀਂ ਕਰਦੇ। ਪਰ ਮੈਂ ਸੋਚਦਾ ਕਿ ਜੇ ਆਪਣੀਆਂ ਜਿਹੜੀਆਂ ਜ਼ਮੀਨਾਂ ਆ ਉਹਦੇ ਉੱਤੇ ਆਪ ਖੁਦ ਮਿਹਨਤਾਂ ਕਰਕੇ, ਆਪ ਜਿੱਦਾਂ ਹੁਣ ਬਾਹਰ ਵੀ ਇੰਨਾ ਰੁਝਾਨ ਵਧਿਆ ਬਾਹਰ ਆਉਂਦਾ ਲੋਕਾਂ ਦਾ, ਉੱਥੇ ਵੀ ਇਹ ਮਿਹਨਤਾਂ ਕਰ ਸਕਦੇ। ਇੱਥੇ 10-10 ਘੰਟੇ ਹੀ ਮਿਹਨਤ ਕਰਦੇ, ਉੱਥੇ ਕਰਨ, ਉੱਥੇ ਉਹਨੂੰ ਸਵਰਗ ਬਣਾ ਸਕਦੇ ਆ। ਬਿਲਕੁਲ। ਪਰ ਇਹੀ ਹੈ ਕਿ ਉੱਥੇ ਜਿਹੜੇ ਆ ਲਾ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਹਿਲਾਂ ਪਵੇ ਤੇ ਉਹਦੇ ਲਈ ਚਲੋ ਦੇਖੋ ਜੀ, ਮਿਹਨਤਾਂ ਦੇ ਮੁੱਲ ਪੈਦੇ ਹੋਣ ਤੇ ਕਿਹਦਾ ਚਿੱਤ ਕਰਦਾ ਆਪਣਾ ਦੇਸ਼ ਛੱਡ ਕੇ ਸਹੀ ਗੱਲ ਬਾਹਰ ਧੱਕੇ ਖਾਣੇ ਜਾਂ ਇੱਥੇ ਮਿਹਨਤਾਂ ਮੁਸ਼ੱਕਤਾਂ ਕਰਕੇ ਫਿਰ ਕਾਮਯਾਬੀ ਦੇ ਵੱਲ ਤੁਰਨਾ। ਪਰ ਉਹਦੇ ਲਈ ਸਰਕਾਰਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਕਿ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ, ਇੰਨੀਆਂ ਘਾਲਣਾ ਕਰਕੇ ਦੇਸ਼ ਨੂੰ ਇੱਥੋਂ ਤੱਕ ਪਹੁੰਚਾਇਆ ਜੀ, ਉਦੋਂ ਉਹਨਾਂ ਨੂੰ ਵੀ ਕ੍ਰੈਡਿਟ ਦਿੱਤਾ ਜਾਵੇ। ਰੰਧਾਵਾ ਸਾਹਿਬ, ਮਠਾੜੂ ਸਾਹਿਬ, ਕਿਸਾਨੀ ਅੰਦੋਲਨ ਨਾਲ ਰਿਲੇਟਡ ਹੋਰ ਵੀ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਤੇ ਬ੍ਰੇਕ ਦਾ ਸਮਾਂ ਹੋ ਗਿਆ ਜੀ। ਜ਼ਰੂਰ ਬ੍ਰੇਕ ਲਈ ਰੁਕਦੇ ਹਾਂ ਔਰ ਤੁਸੀਂ ਕਿਤੇ ਨਾ ਜਾਣਾ ਜੀ। ਪ੍ਰੋਗਰਾਮ ਦੇਖਦੇ ਰਹਿਣਾ ਐਡਮਿੰਟਨ ਡੈਰੀ ਔਰ ਜਲਦ ਹਾਜ਼ਰ ਹੋਣੇ ਜੀ। ਪ੍ਰੋਗਰਾਮ ਐਡਮਿੰਟਨ ਡੈਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਰੰਧਾਵਾ ਸਾਹਿਬ ਤੇ ਮਠਾੜੂ ਸਾਹਿਬ ਜੀ ਦੇ ਨਾਲ। ਮਠਾੜੂ ਜੀ, ਗੱਲਬਾਤ ਚੱਲ ਰਹੀ ਸੀ ਤੁਹਾਡੇ ਨਵੇਂ ਗੀਤ ਬਾਰੇ, ਜੈ ਜਵਾਨ ਜੈ ਕਿਸਾਨ ਜੀ। ਇਹਦੇ ਵਿੱਚ ਕੁਝ ਸਤਰਾਂ ਆਉਂਦੀਆਂ ਨੇ ਬਹੁਤ ਵਧੀਆ, ਜੇ ਹੱਕ ਮੰਗਿਆ ਨਾ ਮਿਲਦੇ ਤਾਂ ਹੱਕ ਲੈਣੇ ਆਉਂਦੇ ਨੇ। ਬਿਲਕੁਲ। ਸੋ ਇਹ ਗੀਤ ਦੇ ਬੋਲ ਵੀ ਬਹੁਤ ਸੋਹਣੇ ਨੇ, ਜਜ਼ਬਾ ਵੀ ਬੜਾ ਸੋਹਣਾ ਦਿਖਿਆ ਤੇ ਦਰਸ਼ਕਾਂ ਦੇ ਨਾਲ ਫਿਰ ਸਾਂਝ ਪਾ ਦਿਓ ਜੀ। ਜ਼ਰੂਰ ਜੀ। ਜੈ ਜਵਾਨ ਤੇ ਜੈ ਕਿਸਾਨ ਦਾ ਕੌਮੀ ਨਾਰਾ ਹੈ, ਦੋਹਾਂ ਦਾ ਇਸ ਦੁਨੀਆ ਨੂੰ ਰੱਬ ਜਿਹਾ ਸਹਾਰਾ ਹੈ। ਜ਼ੁਲਮ ਕਿਸੇ ਤੇ ਕਰਦੇ ਨਾ ਤੇ ਨਾ ਹੀ ਸਹਿੰਦੇ ਆ, ਜੋ ਨਾ ਦੇਵੇ ਹੱਕ ਮੰਗਿਆਂ ਤੋਂ ਹੱਕ ਲੈਣੇ ਆਉਂਦੇ ਆ, ਜੋ ਨਾ ਦੇਵੇ ਹੱਕ ਮੰਗਿਆਂ ਤੋਂ ਹੱਕ ਖੋਣੇ ਆਉਂਦੇ ਆ। ਕਿਆ ਬਾਤ ਹੈ। ਵਾਕਿਆ ਭਾਜੀ, ਜਿਹੜੇ ਜੈ ਜਵਾਨ ਤੇ ਜੈ ਕਿਸਾਨ ਆ, ਇਹਨਾਂ ਦਾ ਮੈਨੂੰ ਲੱਗਦਾ ਵੀ ਹਰੇਕ ਦੇਸ਼ ਦੇ ਵਿੱਚ ਰੱਬ ਵਰਗਾ ਸਹਾਰਾ ਵਾ। ਬਿਲਕੁਲ ਸਹੀ ਗੱਲ। ਜਵਾਨ ਹੈ ਤੇ ਦੇਸ਼ ਦੀ ਰੱਖਿਆ ਵਾ, ਅਸੀਂ ਸੁਰੱਖਿਅਤ ਆ। ਬਿਲਕੁਲ। ਕਿਸਾਨ ਹੈ, ਖੇਤੀ ਕਰੂਗਾ ਤੇ ਸਾਰਾ ਜਿਹੜਾ ਦੇਸ਼ ਆ ਉਹ ਭੁੱਖ ਤੋਂ ਰਾਹਤ ਮਿਲੇਗੀ, ਢਿੱਡ ਭਰਿਆ ਤੇ ਸਾਰੇ ਕੰਮ ਬਿਲਕੁਲ ਸੋਹਣੇ ਹੋ ਜਾਂਦੇ ਜੀ। ਮੈਂ ਗੱਲ ਕਰਦਾ ਸੀਗਾ ਇੱਕ ਪਾਕਿਸਤਾਨ ਦੀ ਕਹਾਵਤ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਜੰਮੇ ਜੀ। ਤੇ ਮੈਂ ਕਹਿੰਦਾ ਵੀ ਜਿਹਨੇ ਕਿਸਾਨੀ ਸੰਘਰਸ਼ ਇਹ ਨਹੀਂ ਦੇਖਿਆ ਜਾਂ ਇਹਦੇ ਵਿੱਚ ਨਹੀਂ ਕੋਈ ਤਿਲ ਫੁੱਲ ਪਾਇਆ, ਉਹ ਸਮਝ ਲਓ ਵੀ ਜੰਮਿਆ ਹੀ। ਕਿਆ ਬਾਤ। ਬਿਲਕੁਲ ਬਿਲਕੁਲ ਜੀ, ਬਿਲਕੁਲ। ਜੋ ਹਾਲਾਤ ਬਣੇ ਨੇ, ਮੈਨੂੰ ਲੱਗਦਾ ਵੀ ਜੋ ਵੀ ਜਾਗਦੀ ਜ਼ਮੀਰ ਵਾਲਾ ਬਿਲਕੁਲ ਉਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਤੇ ਇਸ ਅੰਦੋਲਨ ਦਾ ਹਿੱਸੇਦਾਰ ਬਣਿਆ ਹੋਇਆ ਵਾ ਔਰ ਬਣਨਾ ਚਾਹੀਦਾ। ਬਣਨਾ ਚਾਹੀਦਾ। ਚਾਹੇ ਉੱਥੇ ਜਾ ਕੇ ਹਾਜ਼ਰੀ ਲਗਵਾਓ, ਚਾਹੇ ਉੱਥੇ ਕੋਈ ਤਿਲ ਫੁੱਲ ਦਿਓ। ਵੀ ਕਿਉਂ ਜਿਹੜੇ ਘਰ-ਬਾਰ ਛੱਡ ਕੇ ਉੱਥੇ ਬੈਠੇ ਆ, ਧੁੱਪਾਂ ਸੇਕ ਰਹੇ ਆ, ਠੰਡਾ ਛੇਕ ਰਹੇ ਆ, ਉਹਨਾਂ ਦੇ ਪਿੱਛੇ ਬੱਚੇ ਨੇ, ਉਹਨਾਂ ਦੀਆਂ ਵੀ ਮਾਵਾਂ ਭੈਣਾਂ ਨੇ, ਤੇ ਉਹਨਾਂ ਨੂੰ ਵੀ ਆਰਾਮ ਚਾਹੀਦਾ। ਪਰ ਸਾਡਾ ਫਰਜ਼ ਇੰਨਾ ਹੀ ਬਣਦਾ ਵੀ ਅਸੀਂ ਉਹਨਾਂ ਦਾ ਉੱਥੇ ਬੈਠਿਆਂ ਦੀ ਹਿਫਾਜ਼ਤ ਕਰ ਸਕੀਏ, ਕਿਸੇ ਤਰੀਕੇ ਵੀ ਕਰ ਸਕੀਏ। ਵੇਖੋ ਜੀ, 4 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ। ਬਿਲਕੁਲ। ਕਈ ਮਾਵਾਂ ਦੇ ਪੁੱਤ, ਕਈ ਬਜ਼ੁਰਗ ਉੱਥੇ ਸ਼ਹੀਦ ਹੋ ਚੁੱਕੇ ਨੇ ਜੀ। ਤੇ ਸ਼ਰਧਾਂਜਲੀ ਆ ਜੀ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ। ਬਿਲਕੁਲ। ਔਰ ਆਸ ਕਰਦੇ ਹਾਂ ਵਿਸਾਖੀ ਦਾ ਦਿਹਾੜਾ ਆ ਰਿਹਾ ਵਾ ਕਿ ਜਲਦੀ ਤੋਂ ਜਲਦੀ ਜਿਹੜਾ ਸੰਘਰਸ਼ ਹੈ ਇਹ ਆਪਣੀ ਸਾਰਥਕ ਨਤੀਜਿਆਂ ਵੱਲ ਨੂੰ ਜਾਵੇ। ਬਿਲਕੁਲ। ਔਰ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਜਾਣ। ਬਿਲਕੁਲ ਬਿਲਕੁਲ। ਤੇ ਭਾਜੀ, ਆਪਾਂ ਗੱਲਬਾਤ ਕਰ ਰਹੇ ਸੀ ਕਿ ਤੁਹਾਡੇ ਜਿਹੜੇ ਗੀਤ ਕਾਫੀ ਆਏ ਪਿਛਲੇ 6-7 ਮਹੀਨਿਆਂ ਦੇ ਵਿੱਚ। ਮੈਨੂੰ ਲੱਗਦਾ ਕਿ ਕਿਸਾਨੀ ਅੰਦੋਲਨ ਤੋਂ ਕਾਫੀ ਪ੍ਰਭਾਵਿਤ ਹੋਏ ਤੁਸੀਂ। ਹਾਂਜੀ, ਐਕਚੁਅਲੀ ਜਿਹੜਾ ਕਿਸਾਨੀ ਮੂਵਮੈਂਟ ਤੋਂ ਬਾਅਦ 'ਚ ਜ਼ਿਆਦਾ ਮੈਂ ਇਸ ਪਾਸੇ ਨੂੰ ਆਇਆ ਜੀ। ਤੇ ਚਲੋ ਭਾਜੀ ਉਹਨਾਂ ਦਾ ਸਾਥ ਹੋ ਗਿਆ ਨਾਲ, ਤੇ ਉਦੋਂ ਫਿਰ ਕਿਸਾਨੀ ਗੀਤ ਜਿਹੜਾ ਸੀ, ਪਹਿਲਾ ਗੀਤ ਜਿਹੜਾ ਮੈਂ ਰਿਲੀਜ਼ ਕੀਤਾ ਸੀ, ਬਲਜੀਤ ਕਲਸੀ ਜਣਾ ਮਿਊਜ਼ਿਕ ਦਿੱਤਾ ਸੀ ਤੇ ਮਾਹੀ ਭਾਜੀ ਉਹਨਾਂ ਨੇ ਫਿਲਮ ਦੇ ਵਿੱਚ ਪਾਰਟਿਸਿਪੇਟ ਕੀਤਾ ਨਾਲ। ਸੋ ਵਾਕਈ ਜੀ, ਤੁਹਾਡੇ ਗੀਤ ਸੀ ਕਿਰਸਾਨੀ, ਗੋਬਿੰਦ ਦੇ ਲਾਲ, ਅਥਰੇ ਸੁਭਾਅ ਦੇ ਅਖਵਾਉਂਦੇ ਆ, ਘੇਰਾ, ਆ ਗਿਆ ਕਰੋਨਾ, ਜਾਗੋ। ਸੋ ਇਹਨਾਂ ਗੀਤਾਂ ਦੇ ਵਿੱਚੋਂ ਜਿਹੜਾ ਵੀ ਗੀਤ ਤੁਹਾਡੇ ਦਿਲ ਦੇ ਕਰੀਬ ਆ, ਉਹਦੇ ਵੀ 2 ਬੋਲ ਸਾਂਝੇ ਹੋ ਜਾਣ ਜੀ ਦਰਸ਼ਕਾਂ ਦੇ ਨਾਲ। ਬਿਲਕੁਲ ਜੀ। ਮੈਂ ਕਿਰਸਾਨੀ ਵਾਲੇ ਤੁਹਾਨੂੰ ਸੁਣਾਉਣਾ, ਕਿਉਂਕਿ ਇਹਦੇ 'ਚ ਥੋੜਾ ਜਿਹਾ ਪਹਿਲਾਂ ਤਰਲਾ, ਕੋਈ ਵੀ ਚੀਜ਼ ਆ ਆਪਾਂ ਪਹਿਲਾਂ ਕਿਸੇ ਨੂੰ ਲਿਖ ਕੇ ਰਿਕੁਐਸਟ ਕਰਦੇ ਹਾਂ
ਤੇ ਜਾਂ ਥੋੜਾ ਤਰਲਾ ਕਰਦੇ ਆ, ਜੇ ਨਾ ਮੰਨੇ ਤਾਂ ਫਿਰ ਜੋਸ਼ ਨਾਲ ਵੀ ਮਤਲਬ ਕੰਮ ਦੇਖੋ ਜੀ, ਹੁੰਦੇ ਆ ਜੋ ਸਤਿੰਦਰ ਸਰਤਾਜ ਨੇ ਇੱਕ ਗੀਤ ਲਿਖਿਆ ਸੀ, ਹਾਂਜੀ। ਪਹਿਲਾ ਵਾਰ ਕਲਮਾਂ ਨਾ ਤੇ ਪਿਛਵਾਰ ਖੰਡੇ ਪਿਛਵਾਰ ਖੰਡੇ ਨਾਲ। ਤੇ ਬਿਲਕੁਲ ਉਹੀ ਆ, ਪਹਿਲੋਂ ਕਲਮ ਨਾਲ ਕਿਹਾ ਸੀਗਾ, ਉਹਦੇ ਮੈਂ ਬੋਲ ਤੁਹਾਨੂੰ ਸੁਣਾਉਣਾ ਜੀ ਕਿਰਸਾਨੀ ਤੇ। ਜੀ। ਉਹ ਕਾਦੀ ਦੇਸ਼ ਦੀ ਹੋਈ ਵੰਡ ਕੁੜੇ, ਸਾਨੂੰ ਕਰਕੇ ਰੱਖਤਾ ਨੰਗ ਕੁੜੇ। ਕਾਦੀ ਦੇਸ਼ ਦੀ ਹੋਈ ਵੰਡ ਕੁੜੇ, ਸਾਨੂੰ ਕਰਕੇ ਰੱਖਤਾ ਨੰਗ ਕੁੜੇ। ਸਮੇਂ ਸਮੇਂ ਤੇ ਜ਼ਖਮ ਮਿਲੇ ਜੋ, ਸਮੇਂ ਸਮੇਂ ਤੇ ਜ਼ਖਮ ਮਿਲੇ, ਉਹ ਅੱਜ ਵੀ ਹਰੇ ਪਏ ਨੀ। ਸਾਨੂੰ ਹੋਰ ਸਤਾਵੀਂ ਨਾ, ਸਾਨੂੰ ਹੋਰ ਸਤਾਵੀਂ ਨਾ, ਅਸੀਂ ਪਹਿਲਾਂ ਹੀ ਮਰੇ ਪਏ ਨੀ ਦਿੱਲੀਏ, ਹੋਰ ਸਤਾਵੀਂ ਨਾ, ਅਸੀਂ ਪਹਿਲਾਂ ਹੀ ਮਰੇ ਪਏ। ਇਹ ਥੋੜਾ ਤਰਲਾ ਕੀਤਾ ਸੀ। ਬਿਲਕੁਲ, ਔਰ ਹਾਲਾਤਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਬਿਆਨ ਕਰਦੇ ਆ, ਕਿਉਂਕਿ ਜਿਹੜੇ ਸਾਡੇ ਕਿਸਾਨ, ਉਹਨਾਂ ਦੇ ਆਰਥਿਕ ਹਾਲਾਤ ਆਲਰੇਡੀ ਚੰਗੇ ਨਹੀਂ। ਬਿਲਕੁਲ ਲਗਾਤਾਰ ਖੁਦਕੁਸ਼ੀਆਂ ਜਿਹੜੀਆਂ ਨੇ, ਨਾ ਸਿਰਫ ਪੰਜਾਬ ਦੇ ਵਿੱਚ, ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਲਗਾਤਾਰ ਹੋ ਰਹੀ ਸੈਂਕੜਿਆਂ ਦੇ ਵਿੱਚ, ਹਜ਼ਾਰਾਂ ਦੇ ਵਿੱਚ ਲਗਾਤਾਰ ਜਿਹੜੀਆਂ ਨੇ ਆਤਮ ਹੱਤਿਆਵਾਂ ਹੋ ਰਹੀਆਂ ਨੇ। ਇਹਦਾ ਹੀ ਕਾਰਨ ਹੈ ਜਿਹੜੇ ਬਿਲਕੁਲ। ਆਪਣੇ ਯੂਥ ਆ ਜਾਂ ਹੋਰ ਜਿਹੜੇ ਬਾਹਰ ਲੋਕੀ ਧੜਾ ਧੜਾ ਆ ਰਹੇ ਆ, ਜੀ। ਮੇਨ ਕਾਰਨ ਹੀ ਇਹ। ਬਿਲਕੁਲ। ਤੇ ਦੂਸਰਾ ਗੀਤ ਸੀਗਾ ਜੀ ਜਾਗੋ। ਜਾਗੋ ਦੇ ਮੈਂ ਤਾਂ ਕਰੀਏ ਦੋ। ਇਹ ਜਾਗੋ ਮੈਨੂੰ ਲੱਗਦਾ ਵੀ ਜਦੋਂ ਆਪਾਂ ਭਾਜੀ ਸਟਾਰਟ ਦੇ ਵਿੱਚ ਵੇਖਦੇ ਨੇ, ਜਾਗੋ ਵਿਆਹ ਦੇ ਵਿੱਚ ਕੱਢਦੇ ਹੁੰਦੇ ਸੀ ਹਨਾ, ਤੇ ਭਾਜੀ ਉਹਨਾਂ ਨੇ ਮੈਨੂੰ ਲੱਗਦਾ ਵੱਖਰੀ ਜਾਗੋ ਜਿਹੜੀ ਕਿਰਸਾਨੀ ਨੂੰ ਸਮਰਪਿਤ ਕੀਤੀ ਆ। ਹਾਂਜੀ। ਉਹ ਵਾਕਈ ਬੋਲ ਵੀ ਬੜੇ ਸੋਹਣੇ ਨੇ, ਤੇ ਉਹ ਵੀ ਇੱਕ ਕਹਿੰਦੇ ਹੁੰਦੇ ਨਾ ਵੀ ਜੋਸ਼ ਭਰਦੇ ਆ ਜਵਾਨੀ ਦੇ ਵਿੱਚ ਤੇ ਕਿਰਸਾਨੀ ਦੇ ਵਿੱਚ। ਸੋ ਹੋ ਜਾਂਦੀ ਚਾਰ ਬੋਲ ਸਾਂਝੇ ਉਹਦੇ ਤਬਲੇ ਤੋਂ ਬਾਅਦ ਫਿਰ ਜੋਸ਼, ਤੇ ਜੇ ਬਿਲਕੁਲ। ਜੋਸ਼ ਵੀ ਨਾ ਫਿਰ ਕੰਮ ਕਰੇ ਫਿਰ ਬਿਲਕੁਲ, ਪਰ ਜੋਸ਼ ਤੇ ਹੋਸ਼ ਜਿਹੜੀ ਇਹ ਦੋਨੇ ਕੰਮ ਕਰਦੀਆਂ ਸੀ। ਤੇ ਇਹ ਜਾਗੋ ਜਿਹੜੀ ਆ ਜੀ, ਇਹਦਾ ਮੈਂ ਦੋ ਚਾਰ ਬੋਲ ਤੁਹਾਡੇ ਨਾਲ ਸਾਂਝੇ ਕਰਦਾ। ਹੋ ਜਾਗ ਕਿਸਾਨਾਂ ਜਾਗ ਬਈ ਹੁਣ ਜਾਗੋ ਹੋਇਆਈਆ, ਜਾਗ ਕਿਸਾਨਾਂ ਜਾਗ ਬਈ ਹੁਣ ਜਾਗੋ ਹੋਇਆਈਆ, ਬੱਲੇ ਬਈ ਹੁਣ ਜਾਗੋ ਹੋਇਆਈਆ, ਸ਼ਾਵਾ ਬਈ ਹੁਣ ਜਾਗੋ ਹੋਇਆਈਆ। ਕਿੱਧਰੋਂ ਆਈਆ ਕਿਵੇਂ ਆਈਆ, ਪੰਜ ਦਰਿਆਵਾਂ ਵਾਲਿਆਂ ਨੇ ਸੁੱਤੀ ਜਗਾਈਆ, ਉੱਤਰ ਦੱਖਣ ਪੂਰਬ ਪੱਛਮ ਤੋਂ ਚੱਲ ਕੇ ਆਈਆ, ਰੰਗ ਬਰੰਗੇ ਟਰੈਕਟਰਾਂ ਤੇ ਚੜ ਕੇ ਆਈਆ। ਜਾਗ ਕਿਸਾਨਾਂ ਜਾਗ ਬਈ ਹੁਣ ਜਾਗੋ ਹੋਇਆਈਆ, ਬੱਲੇ ਬਈ ਹੁਣ ਜਾਗੋ ਹੋਇਆਈਆ, ਸ਼ਾਵਾ ਬਈ ਹੁਣ ਜਾਗੋ ਹੋਇਆਈਆ। ਬਹੁਤ ਸੁੰਦਰ ਸ਼ਬਦ ਵੀ ਉਹਨੇ ਵਧੀਆ ਗਾਇਆ ਵੀ ਪੂਰੇ ਜੋਸ਼ ਦੇ ਨਾਲ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ ਦੇ ਵਿੱਚ ਕਈ ਪੰਜ ਦਰਿਆਵਾਂ ਵਾਲਿਆਂ ਨੇ ਸੁੱਤੀ ਜਗਾਈ ਹੈ। ਬਿਲਕੁਲ। ਤੇ ਵਾਕਈ ਪੰਜਾਬ ਨੇ ਇਹ ਜਿਹੜਾ ਜਿੰਨਾ ਵੀ ਕਿਸਾਨੀ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਲੀਡਰਸ਼ਿਪ ਕੁਆਲਿਟੀਜ਼ ਦਿਖਾਈਆਂ ਨੇ। ਬਿਲਕੁਲ। ਪੰਜਾਬ ਦੇ ਨਾਲ ਨਾਲ ਫਿਰ ਹਰਿਆਣਾ ਜੀ, ਉੱਤਰ ਪ੍ਰਦੇਸ਼, ਰਾਜਸਥਾਨ, ਈਵਨ ਸਾਊਥ ਤੇ ਗੁਜਰਾਤ, ਹਾਂਜੀ, ਸਾਰੇ ਸੂਬੇ ਨਾਲ ਆ ਜੁੜੇ ਨੇ। ਇਸੇ ਤਰੀਕੇ ਨਾਲ ਆਜ਼ਾਦੀ ਦੇ ਟਾਈਮ ਵੀ ਪੰਜਾਬ ਤੋਂ ਹੀ ਲਹਿਰ ਮੂਵਮੈਂਟ ਹਰੇਕ ਮੈਨੂੰ ਲੱਗਦਾ ਭਾਜੀ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਹੈ ਜੀ, ਸਭ ਤੋਂ ਵੱਡਾ। ਬਿਲਕੁਲ। ਤੇ ਔਰ ਭਾਜੀ ਇਹਦੇ 'ਚ ਇੱਕ ਗੱਲ ਤੁਸੀਂ ਨੋਟ ਕੀਤੀ ਹੋਣੀ ਆ, ਕੋਈ ਵੀ ਜਿਹੜਾ ਲਹਿਰ ਚੱਲੀ ਆ ਪੰਜਾਬ ਤੋਂ, ਜਿਹੜੀ ਲਹਿਰ ਉੱਠੀ ਆ, ਉਹਦੇ ਪਿੱਛੇ ਜਿਹੜਾ ਭਾਵੇਂ ਉਹ ਕਿਸਾਨੀ, ਭਾਵੇਂ ਕੋਈ ਵੀ ਲਹਿਰ ਉੱਠੀ ਆ, ਉਹ ਗੁਰੂਆਂ ਦਾ ਜਜ਼ਬਾ, ਜੋਸ਼, ਗੁਰੂਆਂ ਦਾ ਜੋ ਉਹਨਾਂ ਦੇ ਨਿਸ਼ਾਨ ਦਿੱਤੇ ਸਾਨੂੰ, ਉਹ ਗੁਰੂਆਂ ਦੀ ਗੁਰਬਾਣੀ ਜਿਹੜੀ ਆ, ਉਹ ਤੋਂ ਜਿਹੜਾ ਆ ਸਬਕ ਲੈ ਕੇ, ਔਰ ਉਹਦੇ ਜਿਹੜਾ ਜਜ਼ਬਾ ਆਪਾਂ ਨੂੰ ਮਿਲ ਰਿਹਾ ਆ, ਉੱਥੋਂ ਜਿਹੜਾ ਆਪਾਂ ਨੂੰ ਕਹਿ ਲਓ ਕਿ ਜੋਸ਼ ਮਿਲ ਰਿਹਾ ਆ, ਉਹਦੇ ਨਾਲ ਹੀ ਇਹ ਜਿੱਤੇ ਆ ਔਰ ਜਿੱਤੇ ਜਾਣਗੇ। ਬਿਲਕੁਲ। ਤੇ ਇਹ ਪੰਜਾਬ ਨੇ ਪਹਿਲਾਂ ਤੋਂ ਹੀ ਸ਼ੁਰੂਆਤ ਕੀਤੀ ਹੈ। ਕਿਸੇ ਪਾਸੇ ਦੇਖ ਲਓ ਕਿ ਇਹ ਪੰਜਾਬ ਦੀ ਜਿਹੜੀ ਬਹੁਤ ਵੱਡੀ ਦੇਣ ਆ ਆਪਣੇ ਕੰਟਰੀ ਨੂੰ, ਦੇਸ਼ ਨੂੰ, ਔਰ ਵਰਲਡ ਲੈਵਲ ਤੇ ਅੱਜ ਜਿਹੜੇ ਪੰਜਾਬੀ ਆ, ਉਹਨਾਂ ਨੇ ਆਪਣਾ ਪੂਰਾ ਜਿਹੜਾ ਕਹਿ ਲਓ ਕਿ ਤਾਣਾ ਬਾਣਾ ਸੈੱਟ ਕੀਤਾ ਹੋਇਆ। ਸੋ ਸਾਨੂੰ ਡਰਨ ਦੀ ਕੋਈ ਲੋੜ ਨਹੀਂ, ਜਿੱਤਾਂਗੇ ਅਸੀਂ। ਤੇ ਇਹ ਪ੍ਰਮਾਤਮਾ ਦੀ ਜਿਹੜੀ ਆ ਉਹ ਸਾਡੇ ਤੇ ਆਸ਼ੀਰਵਾਦ। ਨਹੀਂ ਬਿਲਕੁਲ ਜੀ, ਤਾਂ ਹੀ ਕਹਿੰਦੇ ਆ ਵੀ ਅਸੀਂ ਜੋਸ਼ ਜਿਹੜਾ ਵਾ ਉਹਦੇ ਨਾਲ ਨਾਲ ਹੋਸ਼ ਦੇ ਨਾਲ ਕੰਮ ਲੈਣਾ। ਔਰ ਇਹ ਜਿਹੜੀਆਂ ਜੰਗਾਂ ਨੇ, ਇਹ ਤੇ ਫਿਰ ਫਤਿਹ ਹੋ ਹੀ ਜਾਂਦੀਆਂ ਨੇ ਜੀ, ਜਦੋਂ ਰਲ ਮਿਲ ਕੇ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਕੁਰਬਾਨੀ ਪੈਂਦੀ ਜੀ, ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ ਜੀ, ਤੇ ਮੱਤ ਪੱਤ ਦਾ ਆਪ ਰਾਖਾ। ਕੀ ਬਾਤ ਆ। ਤੇ ਉਹ ਫੇ ਰੋੜਨੇ ਨਹੀਂ ਦਿੰਦਾ, ਅੰਗ ਸੰਗ ਸਹਾਈ ਹੋਵੇਗਾ। ਬਿਲਕੁਲ। ਹੁਣ ਤੱਕ ਮਠਾਰੂ ਸਾਹਿਬ ਤੇ ਮਨਜੀਤ ਭਾਜੀ, ਹੁਣ ਤੱਕ ਜਿਹੜਾ ਸੰਘਰਸ਼ ਚੱਲ ਰਿਹਾ ਕਿੰਨਾ ਸ਼ਾਂਤਮਈ ਆ, ਕੋਈ ਕਿਸੇ ਨੇ ਕਿਸੇ ਦੇ ਰੋੜਾ ਨਹੀਂ ਮਾਰਿਆ। ਬਿਲਕੁਲ। ਔਰ ਇਹੀ ਕਾਰਨ ਆ ਕਿ ਦੁਨੀਆ ਲੈਵਲ ਤੇ ਜਿਹੜਾ ਆ ਇਹ ਮੂਵਮੈਂਟ ਜਿਹੜੀ ਆ ਲੋਕਾਂ ਨੂੰ ਪਤਾ ਲੱਗਿਆ ਇਸ ਚੀਜ਼ ਦਾ। ਔਰ ਨਾ ਉਹਨਾਂ ਨੇ ਕਿਹਾ ਕਿ ਅਸੀਂ ਇਹ ਮਤਲਬ ਕਿਸੇ ਦੇ ਰੋੜਾ ਮਾਰਨਾ ਹੀ ਹੈ, ਜਿੱਤਣਾ ਵੀ ਇਦਾਂ ਹੀ ਆ ਪੀਸਫੁਲੀ, ਜਿੱਦਾਂ ਪੰਜਵੇਂ ਪਾਤਸ਼ਾਹ ਨੇ, ਨੌਵੇਂ ਪਾਤਸ਼ਾਹ ਨੇ ਸ਼ਹਾਦਤਾਂ ਦਿੱਤੀਆਂ ਆਪਣੀਆਂ। ਸ਼ਹਾਦਤਾਂ ਤੋਂ ਬਾਅਦ ਜਿਹੜਾ ਸੀਗਾ, ਉਸ ਤੋਂ ਬਾਅਦ ਦੂਸਰਾ ਦੌਰ ਵੀ ਚੱਲਿਆ, ਪਰ ਉਹਨਾਂ ਨੇ ਉਹ ਫਲਸਫੇ ਨੂੰ ਆਪਣੇ ਨੂੰ ਅਪਣਾਇਆ ਹੋਇਆ। ਤੇ ਅਸੀਂ ਉਮੀਦ ਕਰਦੇ ਹਾਂ ਵੀ ਜ਼ਰੂਰ ਜਿੱਤਣਗੇ। ਵਾਹਿਗੁਰੂ ਅੱਗੇ ਅਰਦਾਸ ਹੈ ਸਾਡੀ, ਪ੍ਰਮਾਤਮਾ ਅੱਗੇ, ਸੱਚੇ ਪਾਤਸ਼ਾਹ, ਇਹ ਕਿਸਾਨੀ ਮੋਰਚਾ ਜਿਹੜਾ ਅਸੀਂ ਜ਼ਰੂਰ ਜਿੱਤੀਏ।
ਤੇ ਸਾਡੇ ਜਿਹੜੇ ਕਿਸਾਨ ਆ ਆਪਣੇ ਆਪਣੇ ਘਰਾਂ ਨੂੰ ਆਉਣ ਸੁੱਖੀ ਸ਼ਾਂਤੀ। ਤੁਸੀਂ ਦੇਖੋ ਚਲੋ ਹਿੰਸਾ ਦੀ ਗੱਲ ਕੀਤੀ ਨਾ ਕਿ ਉੱਥੇ ਬਿਲਕੁਲ ਹਿੰਸਾ ਨਹੀਂ ਹੋ ਰਹੀ, ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ। ਮੈਂ ਕੁਝ ਗੱਲਾਂ ਹੋਰ ਵੀ ਨੋਟ ਕੀਤੀਆਂ ਜੀ ਕਿ ਵੱਖ-ਵੱਖ ਸੂਬਿਆਂ ਤੋਂ ਜਿਹੜੀਆਂ ਉੱਥੇ ਧੀਆਂ ਪਹੁੰਚੀਆਂ ਨੇ ਜੀ, ਕੁੜੀਆਂ ਪਹੁੰਚੀਆਂ, ਤੀਵੀਆਂ ਪਹੁੰਚੀਆਂ, ਉਹਨਾਂ ਨੇ ਕਿਹਾ ਵੀ ਇੰਨੀ ਸੇਫਟੀ ਜੀ ਅਸੀਂ ਕਦੇ ਵੀ ਮਹਿਸੂਸ ਨਹੀਂ ਕੀਤੀ ਜਿੰਨੀ ਕਿ ਸੇਫਟੀ ਇਸ ਅੰਦੋਲਨ ਦੇ ਵਿੱਚ ਸਾਨੂੰ ਮਿਲ ਰਹੀ ਹੈ। ਸਾਨੂੰ ਸੁਰੱਖਿਆ ਦੀ ਭਾਵਨਾ ਮਹਿਸੂਸ ਹੁੰਦੀ ਹੈ। ਬਿਲਕੁਲ, ਬਹੁਤ ਹੀ ਅੱਛੇ ਤਰੀਕੇ ਦੇ ਨਾਲ ਰਾਤ ਨੂੰ ਵੀ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ, ਜੀ। ਬਕਾਇਦਾ ਉਹਨਾਂ ਦੇ ਸ਼ਨਾਖਤ ਕਾਰਡ ਬਣਾ ਕੇ ਵੀ ਪਹਿਰਾ ਵਗੈਰਾ ਪ੍ਰੋਪਰ ਦੇ ਰਹੇ ਨੇ, ਸਾਰਾ ਕੁਝ ਪ੍ਰੋਪਰ ਅਰੇਂਜਮੈਂਟ ਹੈਗਾ ਵੀ ਗਵਰਨਮੈਂਟ ਦਾ ਤਾਂ ਪੂਰਾ ਜ਼ੋਰ ਹੈਗਾ ਵੀ ਕੋਈ ਇਹੋ ਜਿਹਾ ਕੰਮ ਕਰਾ ਕੇ ਅਣਸਖਾਵੀ ਘਟਨਾ ਜਿਹੜੀ ਵਾਪਰੀ ਹੈ, ਬਿਲਕੁਲ। ਪਰ ਪਰਮਾਤਮਾ ਮੈਂ ਦੱਸਦਾ ਵੀ ਅੰਗ ਸੰਗ ਆ ਹਮੇਸ਼ਾ, ਤੇ ਕੋਈ ਫਿਕਰ ਵਾਲੀ ਗੱਲ ਨਹੀਂ। ਭੁਪਿੰਦਰ ਭਾਜੀ, ਜਿਹੜਾ ਤੁਸੀਂ ਹੁਣੇ ਇਹ ਗੀਤ ਦੋਨਾਂ ਜਣਿਆਂ ਨੇ ਜੁਗਲਬੰਦੀ ਦੇ ਰਾਹੀਂ ਜੀ। ਗੀਤ ਸੰਗਤਾਂ ਦੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ, ਜੀ, ਵਾਕਈ ਇਹਨੂੰ ਬਹੁਤ ਪਿਆਰ ਮਿਲਿਆ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਪ੍ਰੋਜੈਕਟ ਜਿਹਦੇ ਉੱਪਰ ਦੁਬਾਰਾ ਕੋਈ ਜੁਗਲਬੰਦੀ ਵੇਖਣ ਨੂੰ ਮਿਲ ਸਕਦੀ? ਰੰਧਾਵਾ ਸਾਹਿਬ ਇਹਨਾਂ ਨੂੰ ਮਾੜਾ ਹੌਲੀ ਹੌਲੀ ਕਰਕੇ ਫੋਲਣਾ ਪੈਂਦਾ ਜੀ। ਤੇ ਇੱਕ ਦੋ ਗੀਤ ਇਹਨਾਂ ਨੇ ਸੁਣਾਏ ਹੈਗੇ ਆ, ਠੀਕ ਤੇ ਹੈ ਇੱਕ ਜੀ। ਗੀਤ ਬਹੁਤ ਹੀ ਬਾਕਮਾਲ ਆ, ਤੇ ਉਹ ਵੀ ਮੈਂ ਹੁਣੇ ਗੱਡੀ 'ਚ ਇਹਨਾਂ ਨੂੰ ਪੁੱਛਦਾ ਆਇਆ ਤੇ ਮੈਨੂੰ ਅਜੇ ਪੂਰਾ ਦੱਸਿਆ ਨਹੀਂ ਕਿ ਜੇ ਕਹਿੰਦੇ 2 ਅੰਤਰੇ ਰਹਿੰਦੇ ਆ ਲਿਖਣੇ ਵਾਲੇ। ਤੇ ਮੈਂ ਕਿਹਾ ਵੀ ਉਹ ਹੁਣ ਲਿਖੋ ਤੇ ਆਪਾਂ ਅਗਲੀ ਵਿਸਾਖੀ ਤੱਕ ਕੁਝ ਨਾ ਕੁਝ ਹੋਰ ਕਰੀਏ। ਬਿਲਕੁਲ ਜੀ, ਆਪਣੀ ਕੋਸ਼ਿਸ਼ ਆ ਆਪਾਂ ਆਪਣਾ ਦੇਸ਼, ਆਪਣੀ ਕੌਮ ਲਈ ਆਪਣਾ ਸੱਭਿਆਚਾਰ, ਵਿਰਸਾ, ਆਪਣੀ ਬੋਲੀ ਉਹਨੂੰ ਅੱਗੇ ਲੈ ਕੇ ਆਈਏ। ਭਾਜੀ ਉਹਨਾਂ ਦਾ ਸਾਥ, ਇਹਨਾਂ ਦੇ ਪਹਿਲਾਂ ਵੀ ਗੀਤ ਸੁਣੇ ਆ, ਤੁਸੀਂ ਵੀ ਸੁਣੇ, ਸਾਰਿਆਂ ਨੇ ਬਹੁਤ ਵਧੀਆ ਗਾਉਂਦੇ ਆ। ਸੋ ਵਧੀਆ ਤੇ ਗਾਉਂਦੇ ਨੇ ਭਾਜੀ। ਇਹਨਾਂ ਦੇ ਜਿਹੜੇ ਵਿਸ਼ਾ ਵਸਤੂ ਦੀ ਚੋਣ ਹੁੰਦੀ ਹੈ ਨਾ, ਬਹੁਤ ਵਧੀਆ। ਬਹੁਤ ਸਾਫ਼ ਸੁਥਰੀ ਗਾਇਕੀ ਹੈ। ਹਾਂਜੀ, ਔਰ ਜਦੋਂ ਸਾਫ਼ ਸੁਥਰੀ ਹੋਵੇ ਜੀ, ਆਟੋਮੈਟਿਕਲੀ ਲੋਕ ਜਿਹੜੇ ਨੇ ਤੁਹਾਡੇ ਨਾਲ ਜੁੜਦੇ ਨੇ, ਬਿਲਕੁਲ। ਤੁਹਾਡੇ ਗੀਤਾਂ ਨੂੰ ਪਿਆਰ ਦਿੰਦੇ ਨੇ। ਬਿਲਕੁਲ। ਤਾਂ ਸਾਡੀ ਕੋਸ਼ਿਸ਼ ਹੋਊਗੀ ਵੀ ਅੱਗੇ ਤੋਂ ਵੀ ਆਪਾਂ ਆਪਣੇ ਧਰਮ ਨੂੰ ਵੀ ਅੱਗੇ ਲਿਆਈਏ ਤੇ ਆਪਾਂ ਮਨੁੱਖਤਾ ਦੀ ਵੀ ਗੱਲ ਕਰੀਏ, ਕਿਉਂਕਿ ਇੱਥੇ ਜਿਹੜੇ ਆ ਸਾਰੇ ਜੀਵ ਜੰਤੂ ਜਿੰਨੇ ਵੀ ਆਪਣੇ ਇਹ ਐਜ ਏ ਹਿਊਮਨ ਆਪਾਂ ਦੇਖੀਏ ਤਾਂ ਸਾਰਿਆਂ ਦਾ ਰੰਗ ਖੂਨ ਦਾ ਇੱਕ ਹੀ ਹੈ ਜੀ। ਸਾਰਿਆਂ ਨੂੰ ਲੂਣ ਜਿਹੜਾ ਉਹ ਵੀ ਲੂਣ ਹੀ ਲੱਗਦਾ, ਕਿਸੇ ਨੂੰ ਜ਼ਹਿਰ ਨਹੀਂ ਲੱਗਦਾ, ਮਿੱਠਾ ਵੀ ਮਿੱਠਾ ਲੱਗਦਾ। ਸੋ ਮੇਰੀ ਕੋਸ਼ਿਸ਼ ਹੈ ਕਿ ਇੱਥੇ ਵੀ ਗੀਤ ਲਿਖਾਂਗੇ ਵੀ ਇੱਕੋ ਮਾਲਕ ਦੇ ਆਪਾਂ ਸਾਰੇ ਧੀਆਂ ਪੁੱਤ ਹਾਂ। ਸੋ ਆਪਾਂ ਲੋਕਾਂ ਨੂੰ ਜੋੜਨਾ ਵੀ ਆ, ਕਿਸੇ ਨਾਲ ਸਾਡਾ ਕਿਸੇ ਵਿਤਕਰਾ ਨਹੀਂ, ਉਹ ਜਿਹਾ ਗੀਤ ਅਸੀਂ ਗਾਉਣਾ ਹੀ ਨਹੀਂ ਵੀ ਕਿਸੇ ਧਰਮ ਦੇ ਖਿਲਾਫ ਬੋਲੀਏ ਜਾਂ ਕਿਸੇ ਜੋ ਹਿਸਟਰੀ ਆ ਉਹਨੂੰ ਅਸੀਂ ਸੱਚ ਪੇਸ਼ ਕਰਨਾ, ਔਰ ਜੋ ਸਾਡੀ ਬੋਲੀ, ਵਿਰਸਾ, ਸੱਭਿਆਚਾਰ ਉਹਨੂੰ ਅੱਗੇ ਲੈ ਕੇ ਆਵਾਂਗੇ। ਮਠਾਰੂ ਸਾਹਿਬ ਦਾ ਮੇਰੇ ਨਾਲ ਪੂਰਾ ਸਾਥ ਹੈ ਤੇ ਆਉਂਦੀ ਵਿਸਾਖੀ ਨੂੰ ਅਸੀਂ ਅਗਲੀ ਨੂੰ ਇੱਕ ਹੋਰ ਗੀਤ ਲੈ ਕੇ ਆਵਾਂਗੇ। ਕਿਆ ਬਾਤ ਹੈ ਜੀ। ਵੇਖੋ ਜੀ, ਗੁਰਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਉਪਜਿਆ ਕੌਣ ਭਲੇ ਬੰਦੇ। ਸੋ ਵਾਕਈ ਜਦੋਂ ਅਸੀਂ ਇਹੋ ਜਿਹੇ ਵਿਚਾਰ, ਇਹੋ ਜਿਹਾ ਦ੍ਰਿਸ਼ਟੀਕੋਣ ਲੈ ਕੇ ਚੱਲਦੇ ਹਾਂ ਤੇ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਇਹੀ ਆ। ਬਿਲਕੁਲ। ਭੁਪਿੰਦਰ ਭਾਜੀ, ਤੁਹਾਡਾ ਜਿਹੜਾ ਇੱਕ ਪਿਛਲਾ ਗੀਤ ਆਇਆ ਸੀਗਾ ਨਾਨਕ ਬਾਣੀ ਜੀ, ਉਹ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਉਸ ਨੂੰ। ਬਹੁਤ ਸਰਕਾਰ ਜੋ ਉਹਦਾ ਵਿਸ਼ਾ ਵਸਤੂ ਸੀ, ਮੈਂ ਉਸ ਸਮੇਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਤੁਸੀਂ ਕੱਲੀ ਜਿਹੜੀ ਸਮਾਜਿਕ ਬੁਰਾਈ ਆ ਉਹਦੇ ਉੱਪਰ ਚੋਟ ਵੀ ਕੀਤੀ, ਬਿਲਕੁਲ, ਤੇ ਉਸ ਨੂੰ ਬੜਾ ਸੋਹਣਾ ਦਰਸਾਇਆ ਬਿਲਕੁਲ ਕਿ ਇਹ ਸਾਡੇ ਸਮਾਜ ਦੀਆਂ ਕੁਰੀਤੀਆਂ ਨੇ। ਬਿਲਕੁਲ। ਤੇ ਉਹ ਗੀਤ ਜਿਹੜਾ ਸੀਗਾ, ਅਗਰ ਤੁਹਾਨੂੰ ਚੰਦ ਬੋਲ ਯਾਦ ਹੋਣ ਤੇ ਉਹ ਵੀ ਸਾਂਝੇ ਕਰ ਦਿਓ। ਜ਼ਰੂਰ ਜੀ, ਜ਼ਰੂਰ। ਧਰਤੀ ਵੰਡੀ ਅੰਬਰ ਵੰਡਿਆ, ਆਪੇ ਤੁਸੀਂ ਸਮੁੰਦਰ ਵੰਡਿਆ, ਜੋ ਜ਼ਿੰਦਗੀ ਲਈ ਜ਼ਰੂਰੀ, ਜ਼ਿੰਦਗੀ ਲਈ ਜ਼ਰੂਰੀ, ਲੋਕੋ ਪਾਣੀ ਨਾ ਵੰਡਿਓ, ਸੱਚ ਦੇ ਰਹਿਬਰ ਗੁਰੂ ਨਾਨਕ ਦੀ ਬਾਣੀ ਨਾ ਵੰਡਿਓ, ਸੱਚ ਦੇ ਰਹਿਬਰ ਗੁਰੂ ਨਾਨਕ ਦੀ ਬਾਣੀ ਨਾ ਵੰਡਿਓ, ਧਰਤੀ ਵੰਡੀ ਅੰਬਰ ਵੰਡਿਆ। ਕਿਆ ਬਾਤ ਹੈ। ਵਾਕਈ ਪਾਣੀ ਤੇ ਬਾਣੀ ਇਹ ਦੋ ਅਜਿਹੇ ਵਿਸ਼ੇ ਨੇ ਜੀ, ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਖਿੱਚੋਤਾਣ ਬਣੀ ਹੋਈ ਆ। ਬਿਲਕੁਲ। ਪਰਮਾਤਮਾ ਕਰੇ, ਅਰਦਾਸ ਕਰਦੇ ਆ ਕਿ ਪਾਣੀ ਵੀ ਬਚਿਆ ਰਵੇ ਤੇ ਬਾਣੀ ਵੀ ਬਚੀ ਰਵੇ। ਬਿਲਕੁਲ। ਤੇ ਅਗਰ ਪਾਣੀ ਬਚਿਆ ਵਾ, ਬਾਣੀ ਬਚੀ ਹੈ ਤਾਂ ਮਨੁੱਖਤਾ ਬਚੀ ਹੈ। ਬਿਲਕੁਲ ਸਹੀ ਗੱਲ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋ ਦਾਈ ਦਾ ਖੇਲੇ ਸਰਬ ਜਗਤ। ਇਹ ਜ਼ਰੂਰੀ ਆ, ਗੁਰੂ ਨਾਨਕ ਸਾਹਿਬ ਨੇ ਤੱਕ ਪੱਕੀ ਮੋਹਰ ਲਾਤੀ ਹੈਗੀ ਆ ਪਵਨ ਗੁਰੂ ਪਾਣੀ ਪਿਤਾ। ਬਿਲਕੁਲ। ਆਪਣਾ ਇੱਕ ਗੀਤ ਵੀ ਆਊਗਾ ਜੀ। ਅੱਛਾ ਜੀ। ਉਹਦੇ ਮੈਂ ਇੱਕੋ ਲਾਈਨ ਦਾ ਸਾਂਝੀ ਕਰਨੀ ਆ। ਜ਼ਰੂਰ ਜ਼ਰੂਰ। ਤੇ ਉਹਦੇ ਚ ਵੀ ਇਹੀ ਆ ਕਿ
ਪਾਣੀ ਤੋਂ ਬਗੈਰ ਜਿੱਦਾਂ ਮੱਛੀ ਨਹੀਂ ਜਿਉਂਦੀ, ਇਦਾਂ ਪਾਣੀ ਤੋਂ ਬਗੈਰ ਸਾਹ ਰੁਕ ਜਾਣਗੇ। ਹੋਣੀ ਨਹੀਂ ਪਛਾਣ ਸੋਹਣੇ ਪੱਤਿਆਂ ਦੇ ਰੰਗਾਂ ਵਾਲੀ ਸੜਕਾਂ ਤੇ ਪਏ ਜਦੋਂ ਸੁੱਕ ਜਾਣਗੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ। ਪ੍ਰੋਗਰਾਮ ਵਾਕਈ ਖਤਮ ਕਰਨ ਨੂੰ ਜੀ ਨਹੀਂ ਕਰ ਰਿਹਾ। ਜੀ। ਦੋ ਵਧੀਆ ਪਰਸਨੈਲਿਟੀ ਸਾਡੇ ਨਾਲ ਜੁੜੀਆਂ ਨੇ, ਦੋਨਾਂ ਦੀ ਗਾਇਕੀ ਔਰ ਖਾਸ ਕਰਕੇ ਤੁਹਾਡੇ ਲਿਖੇ ਗੀਤ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਨੇ, ਦਿਲ ਦੇ ਕਰੀਬ ਨੇ। ਧੰਨਵਾਦ। ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਇਹੀ ਕਹਿੰਦੇ ਆ ਜੀ ਕਿ ਤੁਸੀਂ ਸਾਨੂੰ ਆਪਣੇ ਜਿਹੜੇ ਸਾਡੇ ਗੀਤ ਆ ਉਹਨਾਂ ਨੂੰ ਸੁਣੋ, ਸੁਣ ਕੇ ਸਾਨੂੰ ਫੀਡਬੈਕ ਦਿਓ। ਅਸੀਂ ਤਾਂ ਕਿ ਤੁਹਾਡੇ ਜਿਹੜਾ ਸਹਿਯੋਗ ਆ ਉਹ ਸਾਨੂੰ ਬਹੁਤ ਜ਼ਰੂਰੀ ਆ। ਉਹ ਸਹਿਯੋਗ ਦੇ ਨਾਲ ਤੁਹਾਡੇ ਜਿਹੜੇ ਫੀਡਬੈਕ ਆ ਉਹਨਾਂ ਨੂੰ ਦੇਖ ਕੇ ਅਸੀਂ ਅੱਗੇ ਤੋਂ ਹੋਰ ਵੀ ਆਪਣੇ ਆਪ ਨੂੰ ਇੰਪਰੂਵ ਕਰ ਸਕੀਏ। ਜੇ ਸਾਡੇ ਕੋਈ ਗਲਤ ਤੁਹਾਨੂੰ ਕੁਝ ਲੱਗਦਾ ਲਿਖਿਆ ਗਿਆ ਜਾਂ ਹਿਸਟਰੀ ਨੂੰ ਅੱਖੋਂ ਪਰੋਖੇ ਕੀਤਾ, ਸਾਨੂੰ ਜ਼ਰੂਰ ਦੱਸੋ। ਸਾਡੇ ਫੋਨ ਵੀ ਹੈਗੇ ਆ, ਫੇਸਬੁੱਕ ਵੀ ਹੈਗੀ ਆ, ਤੇ ਤੁਸੀਂ ਉੱਤੇ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਜ਼ਰੂਰ ਸਾਡੇ ਨਾਲ ਸਾਡਾ ਜਿਹੜਾ ਸਹਿਯੋਗ ਦਿਓ ਤਾਂ ਕਿ ਨਵੀਂ ਤੋਂ ਨਵੀਂ ਅੱਗੇ ਤੋਂ ਆਈਟਮ ਜਿਹੜੀ ਤੁਹਾਡੇ ਲਈ ਵਧੀਆ ਤੋਂ ਵਧੀਆ ਲੈ ਕੇ ਆਈਏ। ਜੀ। ਬਸ ਹਮੇਸ਼ਾ ਇੱਕੋ ਹੀ ਬੇਨਤੀ ਹੁੰਦੀ ਆ, ਖਾਸ ਕਰਕੇ ਯੰਗਸਟਰ ਨੂੰ ਕਹਿ ਲਓ, ਚੰਗਾ ਸੁਣੋ, ਚੰਗਾ ਦੇਖੋ, ਚੰਗਾ ਪਹਿਨੋ ਤੇ ਮਨ ਭਾਉਂਦਾ ਖਾਓ ਔਰ ਮਾਂ ਪਿਓ ਦੀ ਸੇਵਾ ਕਰੋ। ਕਿਆ ਬਾਤ ਹੈ ਮਠਾੜੂ ਸਾਹਿਬ, ਰੰਧਾਵਾ ਸਾਹਿਬ, ਬਹੁਤ ਬਹੁਤ ਧੰਨਵਾਦ ਆ। ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਦਰਸ਼ਕਾਂ ਦੇ ਰੂਬਰੂ ਹੋਏ ਔਰ ਇਹੋ ਜਿਹੇ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਰਿਹਾ ਕਰੋ ਜੀ। ਸਾਡੇ ਦਰਸ਼ਕ ਜਿਹੜੇ ਨੇ ਤੁਹਾਡੇ ਚਾਹਣ ਵਾਲੇ ਤੁਹਾਨੂੰ ਪਿਆਰ ਕਰਦੇ ਨੇ ਤੇ ਪਿਆਰ ਕਰਦੇ ਰਹਿਣਗੇ। ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਮਨਜੀਤ ਭਾਜੀ ਔਰ ਪੰਜਾਬੀ ਨੈਸ਼ਨਲ ਚੈਨਲ ਦਾ ਔਰ ਐਡਮਿੰਟਨ ਡੈਰੀ ਦਾ। ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ। ਤਾਂ ਸੋ ਇਹ ਸਨ ਸਰਦਾਰ ਭੁਪਿੰਦਰ ਸਿੰਘ ਮਠਾੜੂ ਅਤੇ ਸਰਦਾਰ ਭੁਪਿੰਦਰਪਾਲ ਸਿੰਘ ਰੰਧਾਵਾ, ਔਰ ਜਿਨ੍ਹਾਂ ਦਾ ਗੀਤ ਜਦੋਂ ਵੱਜਦੇ ਸੀ ਵਾਰਾਂ, ਅੱਜ ਉਸ ਉੱਪਰ ਵਿਚਾਰ ਚਰਚਾ ਕੀਤੀ ਹੈ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡਸ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਹੋਰ ਵੱਖ-ਵੱਖ ਚਿਹਰੇ ਤੁਹਾਡੇ ਰੂਬਰੂ ਕਰਾਂਗੇ ਜੀ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।